स्वागत। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सीनियर जर्नलिस्ट हरजीत भास्कर जी और इंद्रप्रीत जी, दोनों जी आए। बहुत बहुत शुक्रिया रंधावा जी। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੱਲ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਜੀਲੈਂਸ ਦਫ਼ਤਰ ਚੋਂ ਨਿਕਲੇ ਤਾਂ ਕਾਫੀ ਤਲਖ ਸੀਗੇ। 7 ਘੰਟੇ ਤੱਕ ਉਹਨਾਂ ਤੋਂ ਸਵਾਲ ਜਵਾਬ ਹੋਏ। ਉਹ ਸਵਾਲ ਜਵਾਬ ਕੀ ਹੋਏ, ਜਿਹੜੀਆਂ ਛਣ ਕੇ ਖਬਰਾਂ ਬਾਹਰ ਆਈਆਂ, ਅਸੀਂ ਉਹਨਾਂ ਨਾਲ ਤੁਹਾਡੀ ਸਾਂਝ ਪਵਾਉਂਦੇ ਆ। ਔਰ ਉਸੇ ਵੇਲੇ ਹੀ, ਉਸ ਸਮੇਂ ਹੀ ਲਗਭਗ ਕੇਜਰੀਵਾਲ ਨੂੰ ਸੰਮਨ ਹੋਣ ਦੀ ਖਬਰ ਵੀ ਬਾਹਰ ਆ ਗਈ, ਜਿਹਨੂੰ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਨੇ ਪੇਸ਼ ਕੀਤਾ। ਉਹਨਾਂ ਦੱਸਿਆ ਆਣ ਕੇ ਕਿ ਕੇਜਰੀਵਾਲ ਨੂੰ 16 ਤਰੀਕ ਨੂੰ ਸੱਦਿਆ ਗਿਆ। ਇਹ ਮਹਿਜ ਇਤਫਾਕ ਹੈ ਜਾਂ ਸੋਚਿਆ ਸਮਝਿਆ ਵਰਤਾਰਾ ਕਿ ਕੇਜਰੀਵਾਲ ਸਾਹਿਬ ਨੂੰ ਵੀ ਛੁੱਟੀ ਵਾਲੇ ਦਿਨ ਹੀ ਸੱਦਿਆ? ਜਿਵੇਂ ਕੱਲ ਚੰਨੀ ਸਾਹਿਬ ਕਹਿੰਦੇ ਸੀ ਕਿ ਅੰਬੇਦਕਰ ਸਾਹਿਬ ਦੇ ਦਿਹਾੜੇ ਤੇ ਔਰ ਵਿਸਾਖੀ ਵਾਲੇ ਦਿਨ, ਜਿਹਨੂੰ ਸਾਡੇ ਵਰੇ ਦਾ ਦਿਨ ਕਹਿੰਦੇ ਆ, ਉਸ ਦਿਨ ਮੈਨੂੰ ਸੱਦਿਆ ਛੁੱਟੀ ਵਾਲੇ ਦਿਨ। ਤੇ ਕੇਜਰੀਵਾਲ ਸਾਹਿਬ ਨੂੰ ਉੱਪਰਲੀ ਸੱਤਾ ਦੇ ਨਜ਼ਰੀਏ ਤੋਂ CBI ਨੇ ਛੁੱਟੀ ਵਾਲੇ ਦਿਨ ਸੱਦਿਆ। ਹੁਣ ਪੋਲਿਟਿਕਸ ਸਾਰੀ ਘੁੰਮ ਫਿਰ ਕੇ ਆ ਕੇ ਜਲੰਧਰ 'ਚ ਖੜੀ ਹੁੰਦੀ ਹੈ ਪੰਜਾਬ ਦੇ ਨਜ਼ਰੀਏ ਤੋਂ। ਅਸੀਂ ਇਹਨੂੰ ਇਸ ਤਰ੍ਹਾਂ ਪ੍ਰਭਾਸ਼ਿਤ ਕਰਨ ਦਾ ਯਤਨ ਕਰਾਂਗੇ, ਦਰਅਸਲ ਕੇਜਰੀਵਾਲ ਤੋਂ ਚਾਹੁੰਦੇ ਕੀ ਨੇ CBI ਵਾਲੇ? ਇਸ ਐਕਸਾਈਜ਼ ਮਾਮਲੇ ਦੇ ਵਿੱਚ ਗੱਲਬਾਤ ਸਾਰੀ ਦਿੱਲੀ 'ਚ ਹੋ ਰਹੀ ਹੈ, ਪੁੱਛਗਿੱਛ ਦਿੱਲੀ 'ਚ ਹੋ ਰਹੀ ਹੈ। ਇਹ ਘਟਨਾਕ੍ਰਮ ਵਾਪਰ ਦਿੱਲੀ 'ਚ ਰਿਹਾ, ਲੇਕਿਨ ਪੰਜਾਬ 'ਚ ਕੰਪਨੀ ਕਿਉਂ ਛਿੜ ਰਹੀ ਹੈ? ਕੱਲ ਦੀ ਪੰਜਾਬ ਦੇ ਬਿਊਰੋਕ੍ਰੇਸੀ 'ਚ ਇੱਕ ਹਲਚਲ ਹੈ। ਇਹ ਹਲਚਲ ਕਿਉਂ ਹੈ? ਔਰ ਇਹ ਹਲਕੀ ਹਲਚਲ ਹੁਣ ਰਾਜਨੀਤਿਕ ਸਭਾ 'ਚ ਵੀ ਆਉਣੀ ਸ਼ੁਰੂ ਹੋ ਗਈ ਕਿ ਦਿੱਲੀ ਤੋਂ ਬਾਅਦ ਕਿਤੇ ਚੰਡੀਗੜ੍ਹ ਦੇ ਆਸ-ਪਾਸ ਦਾ ਨੰਬਰ ਤਾਂ ਨਹੀਂ ਲੱਗਣ ਵਾਲਾ। ਸੋ ਆਪਾਂ ਇਹਦੇ ਤੇ ਚੱਲਦੇ ਹਾਂ। ਉਂਝ ਪੰਜਾਬ ਦੀ ਪੋਲਿਟਿਕਸ 'ਚ ਰਾਜਸਥਾਨ ਦੇ ਵਿੱਚ ਕੋਈ ਸਥਾਨ ਲੈ ਰਹੀ ਹੋਵੇ ਤਾਂ ਖੁਸ਼ੀ ਵੀ ਹੁੰਦੀ ਆ। ਸੁਖਜਿੰਦਰ ਸਿੰਘ ਰੰਧਾਵਾ ਵੱਡੇ ਹੋ ਗਏ ਜਾ ਕੇ। ਕਾਂਗਰਸ ਦੀ ਸਟੇਟ ਜਿਹਦੇ 'ਚ ਸੱਤਾ ਸੀ, ਉੱਥੇ ਦਾ ਉਹਨਾਂ ਨੂੰ ਪ੍ਰਭਾਰੀ ਲਾਇਆ ਗਿਆ, ਸਾਡੇ ਅੰਗਰੇਜ਼ੀ 'ਚ ਇੰਚਾਰਜ ਕਹਿੰਦੇ ਆ। ਤੇ ਹੁਣ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਾਈਡਲਾਈਨ ਕੀਤੇ ਜਾਣ ਦੀ ਗੱਲ ਹੋ ਰਹੀ ਆ ਪੰਜਾਬ ਦੇ ਵਿੱਚ, ਤੁਹਾਨੂੰ ਪਤਾ ਹੋਣਾ, ਆਸ਼ਾ ਕੁਮਾਰੀ ਤੋਂ ਲੈ ਕੇ ਹਰੀਸ਼ ਰਾਵਤ ਤੇ ਫਿਰ ਹਰੀਸ਼ ਰਾਵਤ ਤੋਂ ਲੈ ਕੇ ਹਰੀਸ਼ ਚੌਧਰੀ, ਇਹ ਸਾਰਾ ਕੁਝ ਚੱਲਦਾ ਰਿਹਾ ਜਦੋਂ ਇੱਥੇ ਲੜਾਈ ਸੀਗੀ। ਫਿਰ ਆਪਾਂ ਥੋੜਾ ਜਿਹਾ ਅੱਗੇ ਵਧਾਂਗੇ। ਸੁਖਬੀਰ ਬਾਦਲ ਨੇ ਕੱਲ ਚਿੱਠੀ ਲਿਖਤੀ ਪ੍ਰਧਾਨ ਮੰਤਰੀ ਨੂੰ NSA ਦੇ ਖਿਲਾਫ। ਇਹ ਥੋੜਾ ਜਿਹਾ ਹਲਕਾ ਜਿਹਾ ਟੱਚ ਕਰਦੇ ਆ। ਸਭ ਤੋਂ ਪਹਿਲਾਂ ਭਾਸਕਰ ਸਾਹਿਬ ਸਾਂਝ ਪਾਓ, ਚਰਨਜੀਤ ਸਿੰਘ ਚੰਨੀ ਵਿਜੀਲੈਂਸ ਦੇ ਦਫ਼ਤਰ ਚੋਂ ਬਾਹਰ ਆਉਂਦਿਆਂ ਗੁੱਸੇ 'ਚ ਸੀਗੇ, ਔਰ ਲੇਕਿਨ ਵਿਜੀਲੈਂਸ ਦੇ ਦਫ਼ਤਰ ਦੇ ਅੰਦਰ ਉਹਨਾਂ ਨਾਲ ਕੀ ਬੀਤੀ, ਕਿਹੜੇ ਸਵਾਲ ਪੁੱਛੇ ਗਏ, ਦਰਅਸਲ ਵਿਜੀਲੈਂਸ ਉਹਨਾਂ ਤੋਂ ਕਢਾਉਣਾ ਕੀ ਚਾਹੁੰਦੀ? ਕੱਲ ਚਰਨਜੀਤ ਸਿੰਘ ਚੰਨੀ 11 ਵਜੇ ਵਿਜੀਲੈਂਸ ਦੇ ਦਫ਼ਤਰ ਪਹੁੰਚੇ। ਦਫ਼ਤਰ ਪਹੁੰਚਣ ਤੋਂ ਪਹਿਲੇ ਵੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕੀਤੀ, ਫਿਰ ਬਾਅਦ ਚੋਂ ਸ਼ਾਮ ਨੂੰ 6:30 ਵਜੇ ਜਦ ਬਾਹਰ ਆਏ ਤਦ ਵੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕੀਤੀ। ਉਹਨਾਂ ਦੋਨਾਂ ਗੱਲਾਂ ਦੇ ਵਿੱਚ ਕਾਫੀ ਸਮਾਨਤਾ ਸੀਗੀ, ਪਰ ਇਹ 7 ਘੰਟੇ ਦੀ ਪੁੱਛਗਿੱਛ ਦੇ ਵਿੱਚ ਵਿਜੀਲੈਂਸ ਵਾਲਿਆਂ ਨੇ ਪੁੱਛਿਆ ਕੀ, ਇਹਦੇ ਉੱਤੇ ਵੀ ਕੁਝ ਗੱਲਾਂ ਬਾਹਰ ਨਿਕਲ ਕੇ ਆਈਆਂ। ਸਵਾਲ ਇਹ ਸੀਗੇ ਕਿ ਤੁਹਾਡੀ ਕੋਈ ਇਲੀਗਲ ਪ੍ਰਾਪਰਟੀਜ਼ ਦੇ ਵਿੱਚ ਕੋਈ ਹਿੱਸੇਦਾਰੀ ਹੈਗੀ ਹੈ। ਪਿਛਲੇ ਦਿਨਾਂ ਦੇ ਵਿੱਚ ਵਿਜੀਲੈਂਸ ਨੇ ਇੱਕ ਬਿਲਡਰ ਫੜਿਆ ਸੀ, ਇੱਕ ਕੋਲੋਨਾਈਜ਼ਰ ਫੜਿਆ ਸੀ ਪ੍ਰਵੀਨ, ਉਹਦੇ ਨਾਲ ਤੁਹਾਡੇ ਕੀ ਰਿਸ਼ਤੇ ਨੇ? ਉਸ ਤੋਂ ਇਲਾਵਾ ਤੁਸੀਂ 10 ਮਹੀਨੇ ਫੋਰਨ ਕੰਟਰੀ ਦੇ ਵਿੱਚ ਰਹਿ ਕੇ ਆਏ ਹੋ, ਉੱਥੇ ਕੋਈ ਪੈਸੇ ਪੂਸੇ ਇਨਵੈਸਟ ਕੀਤੇ? ਔਰ ਤੁਹਾਡੇ ਉਸ ਟੂਰ ਨੂੰ ਕਿੰਨੇ ਸਪਾਂਸਰ ਕੀਤਾ ਸੀਗਾ? ਭੁਪਿੰਦਰ ਹਨੀ ਕੋਲ ਔਰ ਕੁਦਰਤ ਕੋਲ ਜਿਹੜੇ 10 ਕਰੋੜ ਦੇ ਕਰੀਬ ਫੜੇ ਗਏ ਸੀ, ਉਹ ਕਿਹਦੇ ਨੇ? ਉਹਦੇ ਨਾਲ ਤੁਹਾਡਾ ਕੀ ਰਿਸ਼ਤਾ ਹੈ? ਯਾਨੀ ਇਸ ਤਰੀਕੇ ਦੇ ਸਵਾਲਾਂ ਤੋਂ ਬਾਅਦ ਜਦ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਜਿਹੜੀ ਮਾਈਨਿੰਗ ਸਾਈਟ ਅਲਾਟਮੈਂਟ ਸੀਗੀ, ਖਾਸ ਕਰਕੇ ਮੋਹਾਲੀ, ਅਨੰਦਪੁਰ ਔਰ ਰੋਪੜ ਵਾਲੇ ਏਰੀਆ ਦੇ ਵਿੱਚ, ਉਹਦੇ ਵਿੱਚ ਕੋਈ ਪੈਸਿਆਂ ਦਾ ਲੈਣ ਦੇਣ ਹੋਇਆ? ਸਵਾਲ ਔਖੇ ਜ਼ਰੂਰ ਸੀਗੇ, ਪਰ ਚੰਨੀ ਉਹਨਾਂ ਨੇ ਕਿਸ ਤਰੀਕੇ ਨਾਲ ਜਵਾਬ ਦਿੱਤੇ ਇਹ ਗੱਲ ਹਜੇ ਬਾਹਰ ਨਿਕਲ ਕੇ ਨਹੀਂ ਆਈ, ਪਰ 50 ਕੁ ਸਵਾਲਾਂ ਦਾ ਜਵਾਬ ਚੰਨੀ ਉਹਨਾਂ ਨੇ ਲਿਖਿਤ ਰੂਪ ਵਿੱਚ ਦਿੱਤਾ ਜ਼ਰੂਰ ਹੈ। ਔਰ ਹੁਣ ਇੱਕ ਫਾਰਮ ਜਿਹਾ ਫੜਾ ਦਿੱਤਾ ਗਿਆ ਉਹਨਾਂ ਨੂੰ। ਅਗਲੇ ਹਫ਼ਤੇ ਉਹਨਾਂ ਨੂੰ ਦੁਬਾਰਾ ਬੁਲਾਇਆ ਜਾਇਆ ਜਾ ਸਕਦਾ ਹੈ, ਲੇਕਿਨ ਚੰਨੀ ਉਹਨਾਂ ਨੂੰ ਬੁਲਾਏ ਜਾਣ ਦਾ ਕੀ ਅਸਰ ਰਾਜਨੀਤੀ ਦੇ ਉੱਤੇ ਪਏਗਾ, ਪੰਜਾਬ ਦੇ ਉੱਤੇ ਪਏਗਾ, ਇਹ ਗੱਲਾਂ ਜ਼ਰੂਰ ਤੁਰ ਪਈਆਂ। 7 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਪਹਿਲੇ ਚੰਨੀ ਉਹਨਾਂ ਦੀ ਅੱਖਾਂ 'ਚ ਜਿਹੜੇ ਅਥਰੂ ਆਏ ਸੀਗੇ, ਉਹਦਾ ਵੀ ਜ਼ਿਕਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਰਿਹਾ। ਹੁਣ ਗੱਲ ਉੱਥੇ ਖੜੀ ਹੈ ਕਿ ਸਵਾਲਾਂ ਦੇ ਜਵਾਬਾਂ ਦੇ ਵਿੱਚੋਂ ਕੋਈ ਚਾਰਜਸ ਫਰੇਮ ਵਿਜੀਲੈਂਸ ਕਰੇਗੀ? ਕੀ ਉਹ ਜਵਾਬ ਤੋਂ ਵਿਜੀਲੈਂਸ ਸੈਟੀਸਫੈਕਟਰੀ ਹੈਗੀ? ਹਾਲਾਂਕਿ ਸੈਟੀਸਫਾਈਡ ਹੋਣ ਦੀ ਗੱਲ ਲੱਗਦੀ ਤੇ ਨਹੀਂ, ਪਰ ਹਾਂ ਹੁਣ ਸਵਾਲਾਂ ਦਾ ਇੱਕ ਵੱਡੀ ਲਿਸਟ ਉਹ ਚੰਨੀ ਉਹਨਾਂ ਦੇ ਸਾਹਮਣੇ ਜ਼ਰੂਰ ਰੱਖ ਦਿੱਤੀ ਗਈ। ਭਾਸਕਰ ਸਾਹਿਬ, ਉਹਨਾਂ ਨੂੰ ਮੇਰੇ ਖਿਆਲ ਦੁਬਾਰਾ 21 ਨੂੰ ਸੱਦ ਲਿਆ ਗਿਆ, ਡੇਟ ਉਹਨਾਂ ਨੂੰ ਅਗਲੀ ਦੇ ਦਿੱਤੀ ਗਈ ਹੈ। ਔਰ ਵੈਸੇ ਕੱਲ ਉਹਨਾਂ ਨੇ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਜਾਣ ਤੋਂ ਪਹਿਲਾਂ ਕਹਿਤੀਆਂ ਸੀ। ਇੱਕ ਗੱਲ ਬੜੀ ਦਿਲਚਸਪ ਹੈ, ਔਰ ਇਹ ਦੇਖੋ ਕਿੰਨੀ ਸਮਾਨਤਾ ਹੁੰਦੀ ਹੈ ਸਰਕਾਰਾਂ ਦੀ। ਚੰਨੀ ਸਾਹਿਬ ਕਹਿੰਦੇ ਵੀ ਜਦੋਂ ਸਰਕਾਰ ਪਰਚਾ ਦਰਜ ਕਰਨ ਤੇ ਆਉਂਦੀ ਆ ਫਿਰ ਉਹ ਕਰ ਹੀ ਦਿੰਦੀ। ਤੇ ਮੈਂ ਕੱਲ ਉਡੀਕਦਾ ਰਿਹਾ ਦਿਨ ਭਰ ਕੇ ਬਿਕਰਮ ਸਿੰਘ ਮਜੀਠੀਆ ਰਿਐਕਟ ਕਰਨ ਆਉਣਗੇ,
ਕਿਤੇ ਬਹੁਤੇ ਫਸੇ ਲੱਗਦੇ ਆ ਜਾਂ ਉਹ ਅਜੇ ਝਮੇਲੇ 'ਚ ਪੈਣਾ ਨਹੀਂ ਚਾਹੁੰਦੇ। ਜਦੋਂ ਚੰਨੀ ਸਾਹਿਬ ਦੀ ਸਰਕਾਰ ਸੀ ਉਦੋਂ ਬਿਕਰਮ ਮਜੀਠੀਆ ਦੇ ਖਿਲਾਫ ਉਸ ਇੱਕ ਰਿਪੋਰਟ ਦੇ ਉੱਤੇ ਪਰਚਾ ਦਰਜ ਹੋਇਆ ਸੀ, ਡੀਜੀਪੀ ਚਟੋਪਾਧਿਆ ਸਾਹਿਬ ਵੱਲੋਂ ਕਰਵਾਇਆ ਗਿਆ ਸੀਗਾ। ਸਰਕਾਰ ਤੇ ਚੰਨੀ ਦੀ ਸੀਗੀ, ਲੇਕਿਨ ਰੰਧਾਵਾ ਉਹਦੇ ਵਿੱਚ ਡਿਪਟੀ ਸੀਐਮ ਸੀ, ਹੋਮ ਮਿਨਿਸਟਰ ਸੀਗੇ। ਹੁਣ ਜਦੋਂ ਚੰਨੀ ਸਾਹਿਬ ਦਾ ਦਰਦ ਕਿ ਜੇ ਸਰਕਾਰ ਚਾਹਵੇ, ਮੈਂ ਆਪਣਾ ਉਹ ਕੰਨਾਂ ਨੂੰ ਹੱਥ ਲਾ ਕਹਿੰਦੇ ਮੈਂ ਪੰਜਾਬ ਦੇ ਲੋਕਾਂ ਨੂੰ ਸਾਰਾ ਕੁਝ ਦੱਸ ਕੇ ਚੱਲਿਆ, ਬਾਕੀ ਸਰਕਾਰ ਜੇ ਪਰਚਾ ਕਰਨ ਤੇ ਆਵੇ ਤੇ ਕਰ ਹੀ ਲੈਂਦੀ। ਗੱਲ ਤੋਰੋ। ਗੱਲ ਜਾਣ ਤੋਂ ਪਹਿਲੇ ਜੋ ਕੁਝ ਉਹਨਾਂ ਨੇ ਕਿਹਾ ਸੀਗਾ, ਦੇਖੋ ਉਹਦੇ ਨਾਲ ਲੋਕਾਂ ਨੂੰ ਕਿੰਨਾ ਕੁ ਵਿਸ਼ਵਾਸ ਉਹਨਾਂ ਦੀ ਗੱਲਾਂ ਤੇ ਹੋਇਆ ਇਹ ਤੇ ਫਿਰ ਲੋਕ ਹੀ ਜਾਣਦੇ ਨੇ। ਪਰ ਨੈਰੇਟਿਵ ਜਿਹੜਾ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਕਿ ਗਰੀਬ ਦਾ ਬੱਚਾ, ਗਰੀਬ ਆਦਮੀ, ਔਰ ਮੇਰੇ ਕੋਲ ਇੱਕ ਪ੍ਰਾਪਰਟੀ ਵੀ ਨਹੀਂ ਹੈਗੀ, ਔਰ ਜਦ ਵਿਜੀਲੈਂਸ ਪੁੱਛਗਿੱਛ ਕਰਦੀ ਹੈ ਉਹ ਕਹਿੰਦੇ ਹਾਂ ਮੇਰਾ ਪ੍ਰਾਪਰਟੀ ਦਾ ਕਾਰੋਬਾਰ ਤੇ ਹੈਗਾ ਪਰ ਮੈਂ ਰਿਟਰਨ ਦੇ ਵਿੱਚ ਸਭ ਕੁਝ ਭਰਦਾ। ਪਰ ਨਾਲ ਦੇ ਨਾਲ ਉਹ ਨੈਰੇਟਿਵ ਸੈੱਟ ਹੁੰਦਾ ਲੱਗਦਾ ਵੀ ਹੈ ਕਿ ਖਾਸ ਕਰਕੇ ਜਲੰਧਰ ਜਿਮਨੀ ਚੋਣਾਂ ਦੇ ਵਿੱਚ ਨਹੀਂ, ਉਹਨਾਂ ਨੇ ਕਿਹਾ ਸੀ ਭਾਸਕਰ ਸਾਹਿਬ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਮੈਂ ਪ੍ਰਾਪਰਟੀ ਦਾ ਕੰਮ ਕਰਦਾ ਸੀ, ਔਰ ਆਪਾਂ ਸਾਰੇ ਲੋਕ ਹੀ ਸ਼ੁਰੂ ਦੇ ਵਿੱਚ, ਔਰ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਆਹ ਜਿਹੜੀ ਲੋਕ ਸਤਿ ਸ੍ਰੀ ਅਕਾਲ ਪ੍ਰਧਾਨ ਜੀ, ਸਤਿ ਸ੍ਰੀ ਅਕਾਲ ਨੇਤਾ ਜੀ, ਉਸ ਚੱਕਰ 'ਚ ਹੀ ਫਸੇ ਹੋਏ ਆ ਵੀ ਚਲੋ ਅਸੀਂ ਵੀ ਸਿਆਸਤ ਵਿੱਚ ਆ ਜਾਣੇ, ਨਹੀਂ ਤੇ ਸਾਡਾ ਤਾਂ ਕੰਮ ਚੰਗਾ ਚੱਲਦਾ ਸੀ। ਬਾਕੀ ਉਹਨਾਂ ਨੇ ਆਪਣੀ ਪ੍ਰਾਪਰਟੀ ਬਾਰੇ ਕਲੀਅਰ ਕੀਤਾ ਸੀ ਗੱਲ ਵੀ ਮੇਰੇ ਕੋਲ 8-10 ਕਿੱਲੇ ਜ਼ਮੀਨ ਸੀ ਜਿਹੜੀ ਹੌਲੀ ਹੌਲੀ ਮੈਂ ਇਲੈਕਸ਼ਨਾਂ ਲੜਨ 'ਚ ਵੇਚਤੀ, ਸਾਡੇ ਕੋਲ ਪੈਟਰੋਲ ਪੰਪ ਸੀਗਾ ਤੇ ਸ਼ੈਲਰ ਉਹਨਾਂ ਦੇ ਬੇਟੇ ਦੇ ਨਾਂ ਤੇ ਆ, ਬਾਕੀ ਸਾਰੀਆਂ ਚੀਜ਼ਾਂ ਹਵਾਲੇ ਤਾਂ ਦੇ ਕੇ ਗਏ ਆ। ਹੁਣ ਵਿਜੀਲੈਂਸ ਪੁੱਛਦੀ ਉਹ ਪਈ ਆ ਜਿਹੜਾ ਕਿਸੇ ਵੀ ਮੁੱਖ ਮੰਤਰੀ ਜਾਂ ਕਿਸੇ ਹੋਰ ਵੱਡੇ ਨੇਤਾ ਦੇ ਨਜ਼ਰੀਏ ਤੋਂ ਪੁੱਛਿਆ ਜਾਣਾ ਹੁੰਦਾ। ਸੋ ਭਾਸਕਰ ਸਾਹਿਬ, ਗੱਲਾਂ ਤਾਂ ਆਪਾ ਵਿਰੋਧੀ ਸਾਰੇ ਪਾਸਿਓਂ ਆਉਂਦੀਆਂ। ਇੰਦਰਪ੍ਰੀਤ ਜੀ, ਜਲੰਧਰ ਦੇ ਵਿੱਚ ਚੰਨੀ ਸਾਹਿਬ ਦੇ ਅਥਰੂਆਂ ਨਾਲ ਆਮ ਆਦਮੀ ਪਾਰਟੀ ਹਟ ਜਾਂਦੀ ਹੈ, ਕਾਂਗਰਸ ਇਹਦੇ 'ਚ ਕੋਈ ਬਿਹਤਰ ਕਰ ਪਾਉਂਦੀ ਹੈ। ਤੁਹਾਨੂੰ ਕਿਵੇਂ ਇੱਕ ਪੱਤਰਕਾਰਤਾ ਅਪਰੋਚ ਦੇ ਨਜ਼ਰੀਏ ਤੋਂ ਤੁਹਾਨੂੰ ਕਿਵੇਂ ਲੱਗ ਰਿਹਾ? ਕਿਉਂਕਿ ਕੱਲ ਉਹਨਾਂ ਦੇ ਕੈਂਡੀਡੇਟ ਆਪਣੀ ਚੋਣ ਮੁਹਿੰਮ ਛੱਡ ਕੇ ਚੰਨੀ ਦੀ ਪ੍ਰੈਸ ਕਾਨਫਰੰਸ ਵਿੱਚ ਤਰੱਦਦ ਨਾਲ ਪਹੁੰਚੇ ਸੀਗੇ ਚੰਡੀਗੜ੍ਹ। ਸੋ ਉਹ ਸਵਾਲ ਤਾਂ ਅਹਿਮ ਆ ਕਿ ਕਾਂਗਰਸ ਨੇ ਆਪਣਾ ਜਿਹੜਾ ਏਜੰਡਾ ਹੈ ਉਹਦੇ ਵਿੱਚ ਚੰਨੀ ਨੂੰ ਰੱਖ ਲਿਆ ਹੈ। ਚੰਨੀ ਦੀ ਗ੍ਰਿਫਤਾਰੀ ਹੋਵੇ ਨਹੀਂ ਹੋਵੇ, ਪੁੱਛਗਿੱਛ ਲਈ ਬੁਲਾਇਆ ਜਾਵੇ, ਇਹ ਅਲੱਗ ਇਸ਼ੂ ਨੇ। ਲੇਕਿਨ ਇਸ ਮੌਕੇ ਤੇ ਇੱਕ ਇਸ ਤਰ੍ਹਾਂ ਦਾ ਕਾਰਡ ਖੇਡਣ ਦੀ ਪਰਮਿਸ਼ਨ ਦੇਣੀ, ਇੱਕ ਤਰ੍ਹਾਂ ਦਾ ਨੈਰੇਟਿਵ ਬਣਨ ਲਈ ਤੁਸੀਂ ਆਪਣਾ ਆਪ ਪੇਸ਼ ਕਰ ਦੇਣਾ ਸੱਤਾਧਾਰੀਆਂ ਵੱਲੋਂ, ਕਿੰਨਾ ਕਿ ਇਹਨੂੰ ਸਿਆਣੀ ਸਮਝ ਵਾਲੀ ਪੋਲਿਟਿਕਸ ਕਹੋਗੇ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਇੱਕ ਕੋਟ ਹੈ, ਆਪਦਾ ਵੇ ਅਫਸਰ। ਇਹ ਮੈਨੂੰ ਲੱਗਦਾ ਚਰਨਜੀਤ ਚੰਨੀ ਹੋਣੀ ਵੀ ਉਸ ਆਪਦਾ ਚੋਂ ਇੱਕ ਅਫਸਰ ਲੱਭ ਰਿਹਾ ਹੈ। ਉਹਨੂੰ ਪੂਰਾ ਕੱਲ ਤੁਸੀਂ ਦੇਖੋ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਪੂਰੀ ਕੀਤੀ ਗਈ। ਹਾਲਾਂਕਿ ਇਹ ਜਿਹੜਾ ਟੋਟਲ ਕੇਸ ਹੈ ਉਹ ਉਹਨਾਂ ਦੇ ਉੱਤੇ ਜਿਹੜੇ ਕਰਪਸ਼ਨ ਦੇ ਆਰੋਪ ਨੇ ਉਹਨਾਂ ਦੇ ਉੱਤੇ ਹੈ, ਉਹਦਾ ਦਲਿਤ ਉਤਪੀੜਨ ਨਾਲ ਤਾਂ ਕੋਈ ਸੰਬੰਧ ਨਹੀਂ ਹੈ। ਪਰ ਉਹਨਾਂ ਨੇ ਜੋ ਜਿਸ ਤਰ੍ਹਾਂ ਦਾ ਜਾਲ ਬੁਣਿਆ ਕੱਲ, ਚਾਹੇ ਉਹ ਪ੍ਰੈਸ ਕਾਨਫਰੰਸ 'ਚ ਹੋਵੇ, ਚਾਹੇ ਉਸ ਤੋਂ ਪਹਿਲਾਂ ਜਲੰਧਰ 'ਚ ਬੋਲ ਕੇ ਆਏ, ਉਹ ਸਾਰਾ ਜਿਹੜਾ ਹੈਗਾ ਉਹ ਦਲਿਤ ਰਾਜਨੀਤੀ ਦੇ ਏਰੇ ਗੇਰੇ ਦੇ ਵਿੱਚ ਹੀ ਘੁੰਮ ਰਿਹਾ ਹੈ। ਕਿਉਂਕਿ ਜਲੰਧਰ ਜਿਹੜਾ ਹੈਗਾ ਉਹ ਦਲਿਤ ਬਹੁਲ ਇਲਾਕਾ ਹੈ, ਜਿੱਥੇ ਬਹੁਤ ਵੱਡੀ ਸੰਖਿਆ ਹੈਗੀ ਹੈ ਰਵਿਦਾਸੀਆ ਸਮੁਦਾਇ ਦੀ, ਤੇ ਉਹ ਇਸ ਇਲੈਕਸ਼ਨ ਨੂੰ ਜਿਹੜੀ ਜਲੰਧਰ ਦੇ ਵਿੱਚ ਹੁਣ ਹੋ ਰਹੀ ਹੈ ਉਹਨੂੰ ਬਹੁਤ ਪ੍ਰਭਾਵਿਤ ਕਰਨਗੇ। ਪੰਜਾਬ ਦੇ ਵਿੱਚ ਜਿਹੜੇ ਵਿਧਾਨ ਸਭਾ ਇਲੈਕਸ਼ਨ ਵੀ ਹੋਏ ਸੀ ਰੰਧਾਵਾ ਸਾਹਿਬ, ਤੁਸੀਂ ਉਹ 'ਚ ਵੀ ਦੇਖਿਆ ਹੋਣਾ, ਜਿੰਨੀਆਂ ਵੀ ਕਾਂਗਰਸ ਨੂੰ ਸੀਟਾਂ ਆਈਆਂ ਨੇ ਮੈਕਸਿਮਮ ਸੀਟਾਂ ਉਹਨਾਂ ਨੂੰ ਇਸੇ ਏਰੀਆ 'ਚੋਂ ਆਈਆਂ ਸੀ, ਤੇ ਉਹਦੇ ਵਿੱਚ ਇਹ ਚਰਨਜੀਤ ਚੰਨੀ ਹੋਣਾ ਦਾ ਬਹੁਤ ਅਹਿਮ ਰੋਲ ਸੀ। ਕਿਉਂਕਿ ਉਹਨਾਂ ਨੇ ਇਹ ਕਿਹਾ ਸੀ ਕਿ ਪਹਿਲੀ ਵਾਰ ਦਲਿਤ ਮੁੱਖ ਮੰਤਰੀ ਬਣਿਆ, ਤੇ ਮਤਲਬ ਹੁਣ ਮੌਕਾ ਫੇਰ ਆ ਤੁਹਾਡੇ ਕੋਲੇ ਕਿ ਤੁਸੀਂ ਉਹਨਾਂ ਨੂੰ ਦੁਬਾਰਾ ਜਿਤਵਾਓ, ਦੁਬਾਰਾ ਸੀਐਮ ਬਣਾਓ। ਤਾਂ ਉਹ ਕਾਰਡ ਇੱਥੇ ਅੱਛਾ ਚੱਲਿਆ ਸੀ, ਉਸੇ ਕਾਰਡ ਨੂੰ ਮੈਨੂੰ ਲੱਗਦਾ ਕਿ ਦੁਬਾਰਾ ਚਲਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਇਹਦਾ ਅਸਰ ਵੀ ਹੈ। ਤੁਸੀਂ ਦੇਖਿਆ ਹੋਣਾ ਜਿਸ ਤਰ੍ਹਾਂ ਹੀ ਉਹਨਾਂ ਨੇ ਇਹ ਪ੍ਰੈਸ ਕਾਨਫਰੰਸ ਕੀਤੀ, ਤੁਰੰਤ ਬਾਅਦ 6 ਵਜੇ ਸ਼ਾਮੀ ਹਰਪਾਲ ਚੀਮਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਔਰ ਸਾਰੀ ਇਹਨਾਂ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਦੀ ਕਾਟ ਹੀ ਦਿੱਤੀ। ਸੋ ਮੈਨੂੰ ਲੱਗਦਾ ਕਿ ਇਹ ਆਮ ਆਦਮੀ ਪਾਰਟੀ ਨੇ ਜਿਹੜਾ ਇਹ ਮਤਲਬ ਬੁਲਾਇਆ ਉਹਨਾਂ ਨੂੰ, ਤੇ ਸੌਰੀ ਉਹਨਾਂ ਦੀ ਸਰਕਾਰ ਨੇ ਜੋ ਬੁਲਾਇਆ ਹੈ, ਸੋ ਮੈਨੂੰ ਇਹ ਲੱਗ ਰਿਹਾ ਕਿ ਕਿਤੇ ਨਾ ਕਿਤੇ ਇਹ ਦਾਉ ਉਲਟਾ ਵੀ ਪੈ ਸਕਦਾ ਹੈ। ਅਗਰ ਇਸ ਸਮੁਦਾਇ ਦੇ ਵਿੱਚ ਇਹ ਗੱਲ ਚਲੀ ਗਈ ਕਿ ਜਾਣਬੁੱਝ ਕੇ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ, ਤਾਂ ਕਿਤੇ ਇਹ ਨਾ ਹੋਵੇ ਵੀ ਜਿਹੜਾ ਉਹ ਐਨ ਬਲਾਕ ਵੋਟ ਜਿਹੜਾ ਹੈ ਕਾਂਗਰਸ ਵੱਲ ਸ਼ਿਫਟ ਹੋ ਜਾਏ ਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਉੱਥੇ ਵੱਡਾ ਨੁਕਸਾਨ ਝੇਲਣਾ ਪਏ। ਇੰਜ ਵੀ ਤੇ ਸੰਭਵ ਹੈ ਨਾ ਕਿ ਚੀਮਾ ਸਾਹਿਬ ਨੂੰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਡਿਪਟੀ ਸੀਐਮ ਵਰਗਾ ਅਹੁਦਾ ਦਿਓ, ਬਣਦਾ ਤੇ ਹੈ ਨਾ, ਤੁਸੀਂ ਕਹਿੰਦੇ ਰਹੇ ਹੋ। ਉਹਨਾਂ ਨੇ ਸਵਾਲ ਕੀਤਾ ਹੈ ਕਿ ਤੁਸੀਂ ਇਹ ਕਿਹਾ ਸੀਗਾ ਕਿ ਡਿਪਟੀ ਸੀਐਮ ਬਣਾਇਆ ਜਾਏਗਾ ਕਿਸੇ ਦਲਿਤ ਨੂੰ, ਉਹ ਕਿੱਥੇ ਹੈ, ਤਾਂ ਅਜੇ ਤੱਕ ਕਿਉਂ ਨਹੀਂ ਬਣਾਇਆ ਗਿਆ? ਸੋ
ਇਸ ਤਰ੍ਹਾਂ ਉਹ ਅਦਰਵਾਈਜ਼ ਵੀ ਨਾ ਤੁਸੀਂ ਦੇਖੋ, ਮੈਂ ਇੱਕ ਸ਼ਾਇਦ ਪਹਿਲੇ ਇਸ ਪ੍ਰੋਗਰਾਮ 'ਚ ਇੱਕ ਵਾਰੀ ਕਿਹਾ ਸੀਗਾ ਕਿ ਜਿੰਨੇ ਵੀ ਦਲਿਤਾਂ ਦੇ ਇਸ਼ੂਜ਼ ਹੈਗੇ ਨੇ ਉਹਨਾਂ ਨੂੰ ਲੈ ਕੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਾਫੀ ਨਾਰਾਜ਼ ਨੇ। ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ 1.5 ਸਾਲ ਹੋ ਚੁੱਕਿਆ ਉਹਨਾਂ ਦਾ ਜਿਹੜਾ ਕਮਿਸ਼ਨ ਹੈ, ਐਸਸੀ ਕਮਿਸ਼ਨ ਜਿਹੜਾ ਹੈ, ਉਹਦੇ ਚੇਅਰਮੈਨ ਨਹੀਂ ਹਜੇ ਤੱਕ ਲਗਾਇਆ ਗਿਆ। ਇਸੇ ਤਰ੍ਹਾਂ ਹੀ ਕੱਲ ਉਹਨਾਂ ਨੇ ਫਿਰ ਦੁਬਾਰਾ ਏਜੀ ਦਫ਼ਤਰ ਦੀ ਵੀ ਗੱਲ ਉਠਾਈ ਕਿ ਏਜੀ ਦਫ਼ਤਰ ਦੇ ਵਿੱਚ ਜਿਹੜਾ ਹੈਗਾ ਇੱਕ ਵੀ ਕਿਸੇ ਦਲਿਤ ਨੂੰ ਤੁਸੀਂ ਉਹ ਨਹੀਂ ਬਣਾਇਆ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਇਸ਼ੂਜ਼ ਨੇ, ਐਸਸੀ ਸਕਾਲਰਸ਼ਿਪ ਦਾ ਮਾਮਲਾ ਹੈ, ਹੋਰ ਵੀ ਬਹੁਤ ਇਸ਼ੂ ਨੇ ਜਿਹਦੇ ਤੋਂ ਲੈ ਕੇ ਜਿਹੜੇ ਇਹ ਸਮੁਦਾਇ ਹੈਗਾ ਉਹਨਾਂ ਦਾ ਸਰਕਾਰ ਦੇ ਪ੍ਰਤੀ ਨਾਰਾਜ਼ਗੀ ਹੈਗੀ ਹੈ। ਜੋ ਜਦੋਂ ਅਰਵਿੰਦ ਕੇਜਰੀਵਾਲ ਸੱਚਖੰਡ ਡੇਰਾ ਬੱਲਾ ਗਏ ਸੀਗੇ ਉਦੋਂ ਵੀ ਮਤਲਬ ਇਹ ਉਹਨਾਂ ਦੇ ਜਿਹੜੇ ਡੇਰੇ ਦੇ ਸੰਤ ਨੇ ਉਹਨਾਂ ਨੂੰ ਕਿਹਾ ਸੀ ਵੀ ਮੇਰੇ ਕੋਲ ਸਿਰਫ ਕਮਿਟਮੈਂਟ ਉਹੀ ਕਰਕੇ ਜਾਇਓ ਜੋ ਤੁਸੀਂ ਪੂਰੀ ਕਰ ਸਕਦੇ ਹੋ, ਅਦਰਵਾਈਜ਼ ਫਿਰ ਰਹਿਣ ਦਿਓ। ਹੁਣ ਚੰਨੀ ਸਾਹਿਬ ਨੇ ਵੀ ਚਾਹੇ ਉਹ 100 ਕਰੋੜ ਰੁਪਏ ਦੀ ਯੂਨੀਵਰਸਿਟੀ, ਅੰਬੇਦਕਰ ਯੂਨੀਵਰਸਿਟੀ ਦਾ ਮਾਮਲਾ ਹੋਵੇ, ਚਾਹੇ ਗੁਰੂ ਰਵਿਦਾਸ ਰਿਸਰਚ ਸੈਂਟਰ ਦੀ ਗੱਲ ਹੋਵੇ, ਕਈ ਇਸ਼ੂਜ਼ ਨੇ ਜਿਹੜੇ ਉਠਾਏ ਔਰ ਉਹਨਾਂ ਨੇ ਕਿਹਾ ਕਿ ਮੈਂ ਇਹਦੇ ਲਈ ਪੈਸੇ ਸੈਂਕਸ਼ਨ ਕਰਕੇ ਗਿਆ ਸੀ, ਤੁਸੀਂ ਰੋਕੇ ਨੇ। ਇਹਦਾ ਜਵਾਬ ਦਿਓ ਕਿ ਤੁਸੀਂ ਉਹ ਕਿਉਂ ਰੋਕੇ। ਮੈਂ ਆਉਣਾ ਤੁਹਾਡੇ ਵੱਲ ਦੁਬਾਰਾ। ਇਹਨੂੰ ਕਹਿੰਦੇ ਆ ਅੱਗ ਬਾਲ ਕੇ ਫਿਰ ਬੁਝਾਉਂਦੇ ਫਿਰਨਾ। ਕੱਲ ਸਭ ਤੋਂ ਪਹਿਲਾ ਸਵਾਲ ਚੰਨੀ ਸਾਹਿਬ ਨੇ ਚੁੱਕਿਆ ਸੀਗਾ ਵੀ ਤੁਸੀਂ ਤਾਂ ਸਿੱਖ ਹੀ ਨਹੀਂ ਹੈਗੇ, ਤੁਸੀਂ ਤਾਂ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚੁਣੌਤੀ ਦਿੱਤੀ। ਉਹਨਾਂ ਨੇ ਸਵਾਲ ਕੀਤਾ ਸੀਗਾ ਕਿ ਤੁਸੀਂ ਸਾਡੇ ਸਿੱਖ ਮਸਲਿਆਂ ਦੇ ਉੱਤੇ, ਔਰ ਉਹਨੂੰ ਸ਼ਾਮ ਪੈਂਦੇ ਮੁੱਖ ਮੰਤਰੀ ਸਾਹਿਬ ਆਪਣੀ ਧਰਮ ਸੁਪਤਨੀ ਦੇ ਨਾਲ ਗੁਰਦੁਆਰਾ ਸਾਹਿਬ ਪਟਿਆਲੇ ਦੁੱਖ ਨਿਵਾਰਨ ਮੱਥਾ ਟੇਕ ਕੇ ਇਸ ਗੱਲ ਨੂੰ ਥੋੜਾ ਜਿਹਾ ਠੰਡਾ ਪਾਉਣ ਦਾ ਯਤਨ ਕਰ ਰਹੇ ਸੀ ਕਿ ਨਹੀਂ ਮੈਂ ਸਿੱਖੀ ਹਾਂ। ਔਰ ਚੰਨੀ ਸਾਹਿਬ ਨੇ ਤਾਂ ਕਿਹਾ ਸੀ ਕਿ ਤੁਸੀਂ ਸਿੱਖਾਂ ਦੇ ਘਰ ਪੈਦਾ ਜ਼ਰੂਰ ਹੋਏ ਪਰ ਤੁਹਾਡੇ 'ਚ ਉਹ ਗੱਲ ਹੈ ਨਹੀਂ। ਹੁਣ ਇਹੀ ਗੱਲ ਚੀਮਾ ਸਾਹਿਬ ਨੂੰ ਕੱਲ ਸਵੇਰੇ ਜਿਹੜੀ ਅੱਗ ਚੰਨੀ ਨੇ ਬਾਲਤੀ ਦਲਿਤਾਂ ਵਾਲੀ, ਚੀਮਾ ਸਾਹਿਬ ਸ਼ਾਮ ਨੂੰ ਬੁਝਾ ਰਹੇ ਸੀ ਉਹਨੂੰ। ਹੁਣ ਸਵਾਲ ਇਹ ਹੈ ਕਿ ਤੁਹਾਨੂੰ ਬਣਦਾ ਤਾਂ ਇੱਕ ਬੰਦਾ ਡਿਪਟੀ ਸੀਐਮ ਲਾਉਣਾ ਤੇ ਉਹਨੂੰ ਅਧਿਕਾਰ ਵੀ ਪੂਰੇ ਵਧੀਆ ਦਿਓ, ਇੱਕ ਤਾਂ ਮਹਿਕਮਾ ਵੀ ਨਾਲ ਦਿਓ। ਮੈਂ ਤਾਂ ਇਹ ਰਿਕਮੈਂਡ ਕਰੂੰਗਾ, ਅਸੀਂ ਤਾਂ ਕਵਾਂਗੇ ਵੀ ਜੇ ਹੁਣ ਰੌਲਾ ਪੈ ਹੀ ਗਿਆ ਤੇ ਪਏ ਰੌਲੇ ਦੇ ਵਿੱਚ ਸੱਤਾ ਦਾ ਸਮਾਤੋਲ ਬਣਾਓ, ਸੰਤੁਲਨ ਬਣਾਓ ਸੱਤਾ ਦਾ। ਭਾਸਕਰ ਸਾਹਿਬ ਨੇ ਕੁਝ ਕਹਿਣਾ ਜ਼ਰੂਰ ਹੈ, ਪਰ ਇੰਦਰਪ੍ਰੀਤ ਜੀ ਕੱਲ ਕੇਜਰੀਵਾਲ ਸਾਹਿਬ ਨਾਲ ਵੀ ਪੈਂਦੇ ਸ਼ਾਮ ਮਾੜੀ ਹੋਈ, ਇਹ ਮਹਿਜ ਇਤਫਾਕ ਨੇ ਜਾਂ ਫਿਰ ਇਹਨਾਂ 'ਚ ਕੋਈ ਸਮਾਨਤਾ ਹੈ ਦੋਵਾਂ ਕੇਸਾਂ 'ਚ? ਭਾਸਕਰ ਸਾਹਿਬ ਪਹਿਲਾਂ ਤੁਸੀਂ ਕਹਿ ਲਓ ਕੁਝ। ਜਿੱਥੇ ਤੱਕ ਚੰਨੀ ਉਹਨਾਂ ਦੀ 2 ਪ੍ਰੈਸ ਕਾਨਫਰੰਸ ਦੀ ਗੱਲ ਕਰੀਏ ਕਿ ਜਲੰਧਰ ਦੇ ਇਲੈਕਸ਼ਨ ਦੇ ਵਿੱਚ ਹਜੇ ਤੱਕ ਕਾਂਗਰਸ ਦਾ ਬਹੁਤਾ ਕੋਈ ਨੈਰੇਟਿਵ ਨਹੀਂ ਸੀਗਾ। ਉਸ ਨੈਰੇਟਿਵ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਦ ਡਾਕਟਰ ਕਰਮਜੀਤ ਕੌਰ ਜਿਹੜੀ ਕਾਂਗਰਸ ਦੀ ਨੋਮੀਨੀ ਹੈ ਉਹਨਾਂ ਦੇ ਘਰ ਚੰਨੀ ਉਹਨਾਂ ਪ੍ਰੈਸ ਕਾਨਫਰੰਸ ਕਰ ਰਹੇ ਸੀ, ਤੁਸੀਂ ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀਗਾ। ਬਾਜਵਾ ਸਾਹਿਬ ਜਿਸ ਤਰੀਕੇ ਨਾਲ ਉਹਨਾਂ ਨੂੰ ਪ੍ਰੋਵੋਕ ਕਰ ਰਹੇ ਸੀ, ਜੁੱਤੇ ਦੀ ਗੱਲ ਕਰੋ, ਫਲਾਨੀ ਗੱਲ ਕਰੋ, ਔਰ ਫਿਰ ਉਸ ਤੋਂ ਬਾਅਦ ਉਹ ਜੁੱਤਿਆਂ ਦੇ ਰੇਟ ਜਿਹੜੇ ਭਗਵੰਤ ਮਾਨ ਪਾਉਂਦੇ ਨੇ, ਜੈਕਟ ਰੋਜ਼ ਬਦਲਦੇ ਨੇ, ਉਹਨਾਂ ਸਾਰੀ ਗੱਲਾਂ ਦੇ ਉੱਤੇ ਗੱਲ ਤੁਰੀ। ਯਾਨੀ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਉਹਨਾਂ ਨੇ ਇੱਕ ਸਿੱਖੀ ਦਾ ਮੁੱਦਾ ਵੀ ਸੈੱਟ ਟੋਨ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਹ ਆਪਣੀ ਇਮਾਨਦਾਰੀ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਮੇਰੇ ਵਰਗਾ ਇਮਾਨਦਾਰ ਬੰਦਾ ਤੇ ਕੋਈ ਹੋ ਹੀ ਨਹੀਂ ਸਕਦਾ, ਮੈਨੂੰ ਫਾਇਲ ਲਾ ਦੇਣਾ ਜੇ ਮੈਂ ਕਦੀ ਕਿਸੇ ਕੋਲੋਂ ਪੈਸੇ ਲਿੱਤੇ ਹੋਣ ਜਾਂ ਗਲਤ ਤਰੀਕੇ ਨਾਲ ਪੈਸੇ ਕਮਾਏ ਹੋਣ। ਇਹ ਸਾਰੀ ਦੀ ਸਾਰੀ ਕਵਾਇਦ ਜਲੰਧਰ ਜ਼ਿਮਨੀ ਚੋਣਾਂ ਦੇ ਉੱਤੇ ਟੋਨ ਸੈੱਟ ਕਰਨ ਵਾਸਤੇ ਕੀਤੀ ਜਾ ਰਹੀ ਹੈ। ਹੁਣ ਅਸਰ ਕਿੰਨਾ ਕੁ ਹੁੰਦਾ ਪਤਾ ਨਹੀਂ। ਵੇਖਿਆ ਜੱਗਿਆ ਕੱਲ ਅਸਰ ਜਲੰਧਰ 'ਚ ਅਸਰ ਵੇਖਿਆ ਗਿਆ। ਹੁਣ ਕਾਂਗਰਸ ਇਹਨੂੰ ਕਿੰਨਾ ਮੇਨਟੇਨ ਕਰ ਪਾਉਂਦੀ ਹੈ। ਕੱਲ ਜਲੰਧਰ 'ਚ ਇਸ ਗੱਲ ਦਾ ਅਸਰ ਸੀ ਜਦੋਂ ਚੰਨੀ ਦੀਆਂ ਅੱਖਾਂ 'ਚ ਅਥਰੂ ਆਏ। ਅੱਛਾ, 2 ਗੱਲਾਂ ਬੜੀਆਂ ਖੂਬਸੂਰਤ ਹੋਈਆਂ। ਤੁਹਾਨੂੰ ਯਾਦ ਹੋਣਾ ਚੰਨੀ ਅਤ ਸਧਾਰਨ ਪੋਲੀਟੀਸ਼ੀਅਨ। ਹੁਣ ਚੰਨੀ ਸਾਹਿਬ ਨੂੰ ਹੀਰੋ ਬਣਾ ਦਿੰਦੇ ਨੇ ਰਾਹੁਲ ਗਾਂਧੀ ਮੁੱਖ ਮੰਤਰੀ ਬਣਾ ਕੇ। ਫਿਰ ਉਹਨਾਂ ਆਪਣਾ ਹੀਰੋਇਜ਼ਮ ਦਿਖਾਇਆ। 3 ਮਹੀਨਿਆਂ 'ਚ ਉਹਨਾਂ ਨੇ ਇਹ ਦਿਖਾਤਾ ਕਿ ਮੈਂ ਮੁੱਖ ਮੰਤਰੀ ਮਟੀਰੀਅਲ ਹੀ ਹਾਂ। ਉਹਨਾਂ ਨੇ ਆਪਣਾ ਸਾਰਾ ਹੁਨਰ ਦਿੱਤਾ। ਹੁਣ ਉਸ ਤੋਂ ਬਾਅਦ ਉਹ ਫਿਰ ਸੀਨ 'ਚ ਪਿੱਛੇ ਚਲੇ ਗਏ। ਇਲੈਕਸ਼ਨ ਹੁੰਦੀ ਆ, ਉਹਨਾਂ ਦੀ ਹਾਰ ਹੁੰਦੀ ਆ, ਸਰਕਾਰ ਦੂਜੀ ਆ ਜਾਂਦੀ ਆ। ਉਸ ਤੋਂ ਬਾਅਦ ਚੰਨੀ ਸਧਾਰਨ ਨਾਲੋਂ ਵੀ ਸਧਾਰਨ ਬੰਦੇ ਬਣ ਜਾਂਦੇ ਆ, ਉਹ ਸੀਨ 'ਚੋਂ ਹੀ ਉੱਡ ਪੁੱਡ ਜਾਂਦੇ। ਤੇ ਇੱਕ ਵਾਰੀ ਹੁਣ ਕੇਜਰੀਵਾਲ ਨੇ ਦੁਬਾਰਾ ਉਹਨਾਂ ਨੂੰ ਸੀਨ 'ਚ ਲਿਆਤਾ। ਅਗਲੀ ਕੋਈ ਵੀ ਇਲੈਕਸ਼ਨ, ਦੇਖੋ ਇਹਨਾਂ ਕੇਸਾਂ ਦਾ ਬਣਦਾ ਕੀ ਆ ਕੀ ਨਹੀਂ ਬਣਦਾ ਗੱਲ ਅਲੱਗ ਆ, ਕਿਉਂਕਿ ਲੰਬੇ ਬੜੇ ਮਾਮਲੇ ਇਹ ਕਦੇ ਬਾਦਲ ਤੇ ਵੀ ਹੋਏ, ਕੈਪਟਨ ਤੇ ਵੀ ਹੋਏ, ਹੁਣ ਲੱਭਦੇ ਨਹੀਂ ਕਿਤੇ ਵੀ ਕੀ ਬਣਦਾ ਕੀ ਨਹੀਂ ਬਣਦਾ। ਲੇਕਿਨ ਚੰਨੀ ਨੂੰ ਲੀਡਰ ਬਣਾਤਾ। ਚੰਨੀ ਮੇਨ ਸੀਨ ਦੇ ਵਿੱਚ ਆ ਔਰ ਚੰਨੀ ਨੇ ਜਿਹੜੇ ਕੱਲ ਮੁੱਦੇ ਉਠਾਏ ਆ ਇਹਨਾਂ 'ਚੋਂ ਕੋਈ ਵੀ ਇੰਨੇ ਵਜੇ ਨਾ। ਦੇਖੋ ਸਵਾਲ ਕੀ ਹੁੰਦਾ, ਗੱਲ ਦਿਲ ਤੋਂ ਨਿਕਲਦੀ ਆ, ਦਿਲ ਤੇ ਅਸਰ ਕਰਦੀ ਆ। ਇਹ ਹੁਣ ਤੱਕ ਕਿੰਨੇ ਬੰਦਿਆਂ ਦੀ ਕਰਦੀ ਆ। ਚੰਨੀ ਨੇ ਆਪਣਾ ਅਸਰ ਛੱਡਿਆ। ਚੰਨੀ ਨੂੰ ਪਤਾ ਕਿਹੜਾ ਤੀਰ ਕਿੱਥੇ ਮਾਰਨਾ, ਟਿਕਾਣੇ ਦੀ ਗੱਲ ਕਦੋਂ ਕਿਵੇਂ ਕਰਨੀ ਆ। ਪਹਿਲਾਂ ਵੀ ਲੀਡਰ ਉਹਨਾਂ ਨੂੰ ਬਣਾਇਆ ਗਿਆ ਸੀ, ਉਹਨਾਂ ਨੇ ਸਾਬਤ ਕਰਤਾ ਸੀ ਕਿ ਮੈਂ ਲੀਡਰ ਆ। ਵੱਖਰੀ ਗੱਲ ਆਮ ਆਦਮੀ ਪਾਰਟੀ ਦੀ ਹਨੇਰੀ ਨੇ ਉਹਨਾਂ ਨੂੰ ਧੱਕਤਾ ਪਿੱਛੇ।
ਹਾਸ਼ੀਏ ਤੇ। ਹੁਣ ਦੁਬਾਰਾ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਲੀਡਰ ਬਣਾਇਆ। 24 ਦੇ ਵਿੱਚ ਚੰਨੀ ਚਿਹਰੇ ਵਾਂਗ ਅੱਗੇ ਵਧਣਗੇ। ਵੱਡੀ ਗੱਲ ਨਹੀਂ ਕਿ ਉਹ ਕਿਸੇ ਰਿਜ਼ਰਵ ਹਲਕੇ ਤੋਂ ਇਲੈਕਸ਼ਨ ਵੀ ਲੜਨ, ਵੱਡੀ ਗੱਲ ਨਹੀਂ ਕਿ ਉਹ ਪਾਰਲੀਮੈਂਟ ਦੇ ਵਿੱਚ ਵੀ ਪਹੁੰਚ ਜਾਣ। ਜੇ ਇਸ ਰਿਦਮ ਨੂੰ ਇਹ ਲੋਕ ਬਣਾ ਕੇ ਚੱਲੇ, ਆਮ ਆਦਮੀ ਪਾਰਟੀ ਜੇ ਇਸੇ ਤਰਜ਼ ਤੇ ਗਲਤੀਆਂ ਕਰਦੀ ਰਹੀ, ਤੇ ਮੈਂ ਹੁਣ ਚੱਲਦਾ ਹਾਂ ਕੇਜਰੀਵਾਲ ਸਾਹਿਬ ਤੇ। ਇੰਦਰਪ੍ਰੀਤ ਜੀ, ਤੁਹਾਡੀ ਅਖਬਾਰ ਨੇ ਕਈ ਕੁਝ ਛਾਪਿਆ ਸੀ, ਉਹਨਾਂ ਨੇ ਈਡੀ ਦੀ ਦੂਜੀ ਚਾਰਜ ਸ਼ੀਟ ਦੇ ਵਿੱਚ ਕਈ ਹਵਾਲੇ ਦਿੱਤੇ ਸੀ, ਪੰਜਾਬ ਨਾਲ ਵੀ ਸੰਬੰਧ ਜੋੜਦੇ ਸੀ। ਮਨੀਸ਼ ਸਿਸੋਦੀਆ, ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਸੀਬੀਆਈ ਤੇ ਆਪਣੀ ਚਾਰਜ ਸ਼ੀਟ 'ਚ ਉਹਦਾ ਜ਼ਿਕਰ ਵੀ ਨਹੀਂ ਕਰ ਰਹੀ, ਫਿਰ ਹੌਲੀ ਹੌਲੀ ਉਹਨੂੰ ਫੜ ਲਿਆ ਗਿਆ, ਹੁਣ ਉਹਨੂੰ ਜ਼ਮਾਨਤ ਵੀ ਨਹੀਂ ਮਿਲ ਰਹੀ। ਇਸੇ ਤਰ੍ਹਾਂ ਪਹਿਲਾਂ ਵਿਜੇ ਨਾਇਰ ਨੇ, ਇਸੇ ਤਰ੍ਹਾਂ ਹੋਰ ਕੁਝ ਕਾਰੋਬਾਰੀ ਵੀ ਅੰਦਰ ਨੇ, ਕਾਫੀ ਲੋਕ ਅੰਦਰ ਨੇ ਇਸ ਮਾਮਲੇ 'ਚ। ਕੀ ਹੁਣ ਕੇਜਰੀਵਾਲ ਦੇ ਅੰਦਰ ਜਾਣ ਦੀ ਵਾਰੀ ਆ ਚੁੱਕੀ ਹੈ? ਕੀ ਹੁਣ ਕੱਟੜ ਇਮਾਨਦਾਰੀ ਨੂੰ ਪੂਰੀ ਤਰ੍ਹਾਂ ਦਾਗਦਾਰ ਕਰਨ ਦਾ ਫੈਸਲਾ ਹੋ ਚੁੱਕਿਆ? ਕੀ ਇਹ ਦਾਗਦਾਰ ਹੋ ਜਾਊਗੀ? ਕੋਈ ਝੋਲ ਹੈ ਕਿ ਇਹਨਾਂ ਤਿਲਾਂ 'ਚ ਤੇਲ ਹੈਗਾ, ਜਾਂ ਸਿਰਫ ਮਹਿਜ ਦਿਖਾਵਾ ਮਾਤਰ ਤੇ ਪੋਲੀਟੀਕਲ ਵੈਂਡੇਟਾ ਹੀ ਹੈ, ਹੋਰ ਕੁਝ ਨਹੀਂ ਹੈ? ਰੰਧਾਵਾ ਸਾਹਿਬ, ਦੇਖੋ, ਹਜੇ ਅਸੀਂ ਸਿਰਫ ਉਹ ਰਿਪੋਰਟਸ ਪੜ੍ਹੀਆਂ ਨੇ ਜਾਂ ਸਮਝੀਆਂ ਨੇ ਜਾਂ ਦੇਖੀਆਂ ਨੇ ਜਿਹੜੀਆਂ ਈਡੀ ਵੱਲੋਂ ਆ ਰਹੀਆਂ ਨੇ, ਕਿ ਜੋ ਚਾਰਜ ਸ਼ੀਟ ਦਿੰਦੇ ਆ ਤਾਂ ਚਾਰਜ ਸ਼ੀਟ 'ਚ ਉਹਨਾਂ ਨੇ ਉਹ ਦੱਸਦੇ ਆ ਕਿ ਕਿਸ ਬੰਦੇ ਨੇ ਕੀ ਬਿਆਨ ਦਿੱਤਾ ਤੇ ਉਸ ਦੇ ਬਿਆਨ ਤੇ ਕਿਹਨੂੰ ਅਸੀਂ ਫੜਿਆ। ਅਜੇ ਅਸੀਂ ਸਿਰਫ ਉਹ ਵਾਲਾ ਦੇਖ ਰਹੇ ਹਾਂ। ਦੂਜਾ ਪੱਖ ਜਿਹੜਾ ਮਤਲਬ ਜਿਹੜੇ ਜਿਨ੍ਹਾਂ ਦੇ ਉੱਤੇ ਲੱਗ ਰਹੇ ਨੇ, ਚਾਹੇ ਉਹ ਕੇਜਰੀਵਾਲ ਹੋਣ, ਚਾਹੇ ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਹੋਣ, ਇਹਨਾਂ ਵੱਲੋਂ ਹਜੇ ਉਸ ਤਰ੍ਹਾਂ ਦੀ ਪੱਖ ਆਇਆ ਨਹੀਂ। ਈਵਨ ਚਾਹੇ ਪੰਜਾਬ ਦੇ ਉੱਤੇ ਜਦੋਂ ਆਪਾਂ ਜ਼ਿਕਰ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਵੀ ਐਕਸਾਈਜ਼ ਡਿਪਾਰਟਮੈਂਟ ਨੂੰ ਲੈ ਕੇ ਆਰਮ ਟਵਿਸਟਿੰਗ ਕੀਤੀ ਗਈ ਹੈ, 2 ਡਿਸਟ੍ਰਿਕਟਾਂ ਬੰਦ ਕੀਤੀਆਂ ਗਈਆਂ, ਪਰ ਪੰਜਾਬ ਦੇ ਕਿਸੇ ਅਧਿਕਾਰੀ ਨੇ ਜਾਂ ਮੰਤਰੀ ਨੇ, ਈਵਨ ਪਾਰਟੀ ਦੇ ਬੰਦੇ ਨੇ ਵੀ ਇਹਨੂੰ ਰਿਵਰਟ ਨਹੀਂ ਕੀਤਾ ਕਿ ਨਹੀਂ, ਇਹ ਜਿਹਾ ਕੁਝ ਨਹੀਂ ਹੋਇਆ। ਸੋ ਹਜੇ ਅਸੀਂ ਜੋ ਕੁਝ ਵੀ ਦੇਖ ਰਹੇ ਹਾਂ ਉਹ ਵਨ ਸਾਈਡ ਹੋ ਕੇ ਆ ਰਿਹਾ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਉਹ ਬਿਲਕੁਲ ਠੀਕ ਹੈ। ਆਮ ਆਦਮੀ ਪਾਰਟੀ ਨੇ ਹਜੇ ਤੱਕ ਆਪਣੇ ਬਾਰੇ ਜਿਹੜਾ ਇੱਕ ਨੈਰੇਟਿਵ ਸਿਰਜਿਆ ਹੋਇਆ ਹੈ, ਉਹ ਸਿਰਜਿਆ ਹੋਇਆ ਕੱਟੜ ਇਮਾਨਦਾਰੀ ਦਾ, ਕਿ ਉਹ ਇੱਕ ਤਾਂ ਇਮਾਨਦਾਰੀ ਨਾਲ ਕੰਮ ਕਰ ਰਹੇ ਹੈ, ਔਰ ਦੂਸਰਾ ਉਹ ਲੋਕਾਂ ਲਈ ਕੰਮ ਕਰ ਰਹੇ, ਜਿਹੜੇ ਲੋਕਾਂ ਦੇ ਮੇਨ ਇਸ਼ੂ ਹੁੰਦੇ ਆ, ਚਾਹੇ ਉਹ ਬਿਜਲੀ ਦਾ ਹੋਵੇ, ਐਜੂਕੇਸ਼ਨ ਦਾ ਹੋਵੇ, ਹੈਲਥ ਦਾ ਹੋਵੇ, ਇਹਨਾਂ ਦੇ ਉੱਤੇ ਫੋਕਸ ਰੱਖ ਕੇ ਕਰ ਰਹੇ ਆ। ਸੋ ਮੈਨੂੰ ਇਹ ਲੱਗਦਾ ਕਿ ਇਸ ਤੋਂ ਔਰ ਇਸੇ ਤਰ੍ਹਾਂ ਹੀ ਉਹ ਅੱਗੇ ਵੀ ਵੱਧ ਰਹੇ ਆ। ਚਾਹੇ ਗੁਜਰਾਤ ਦੇ ਵਿੱਚ ਉਹਨਾਂ ਨੇ 5 ਸੀਟਾਂ ਜਿੱਤ ਲਈਆਂ, ਹੁਣ ਪੰਜਾਬ ਵਿੱਚ ਸਰਕਾਰ ਹੀ ਬਣਾ ਲਈ ਹੈ, ਹੋਰ ਵੀ ਅੱਗੇ ਮਤਲਬ ਜਿੱਥੇ ਉਹਨਾਂ ਜਾਣਾ ਹੈ, ਹੁਣੀ ਉਹ ਨੈਸ਼ਨਲ ਪਾਰਟੀ ਵੀ ਬਣ ਗਏ ਹੈ, ਇਸੇ ਉਹਨੂੰ ਲੈ ਕੇ ਅੱਗੇ ਜਾਣਾ। ਤੇ ਮੈਨੂੰ ਇਹ ਲੱਗਦਾ ਕਿ ਬੀਜੇਪੀ ਨੂੰ ਸਭ ਤੋਂ ਵੱਡੀ ਚਿੰਤਾ ਹੀ ਇਹ ਹੈ ਕਿ ਕਿਤੇ ਕਾਂਗਰਸ ਨੂੰ ਖਤਮ ਕਰਦੇ ਕਰਦੇ ਉਹਨਾਂ ਕੋਲ ਇੱਕ ਹੋਰ ਵੱਡਾ ਜਿਹੜਾ ਦੁਸ਼ਮਣ ਹੁੰਦਾ ਉਹਨਾਂ ਨਾਲ ਖੜਾ ਹੋ ਜਾਏ। ਸੋ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਦਾਗ ਹੈ, ਜਾਂ ਜਿਹਨੂੰ ਮੈਂ ਕਹਿੰਦਾ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਸਟਰੈਂਥ ਹੈ, ਉਹਨੂੰ ਕਿਸ ਤਰ੍ਹਾਂ ਦਾਗਦਾਰ ਕਰਨਾ ਹੈ, ਤਾਂ ਕਿ 24 ਦੇ ਵਿੱਚ ਫਿਰ ਉਹਨਾਂ ਨੂੰ ਕੋਈ ਵੀ ਦੁਸ਼ਮਣ ਆਪਣਾ ਨਜ਼ਰ ਨਾ ਆਏ ਤੇ ਉਹ ਸਾਰੀਆਂ ਸੀਟਾਂ ਜਿੱਤ ਕੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਜਾਣ। ਇਸ ਤਰ੍ਹਾਂ ਦਾ ਨੈਰੇਟਿਵ ਮੈਨੂੰ ਲੱਗਦਾ ਸਿਰਜਿਆ ਜਾ ਰਿਹਾ ਹੈ। ਤੇ ਜਿਹੜਾ ਆਹ ਕੇਸ ਵੀ ਹੋਇਆ, ਹੁਣ ਜਿਵੇਂ ਉਸ 'ਚ ਕਿਹਾ, ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਇੱਕ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਗੱਲ ਕਰਵਾਈ ਗਈ ਹੈ ਕਿ ਹਾਂਜੀ ਇਹ ਮੇਰਾ ਬੰਦਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਵਿਜੇ ਨਾਇਰ ਮੇਰਾ ਬੰਦਾ ਹੈ, ਤੁਸੀਂ ਇਸ ਤੇ ਭਰੋਸਾ ਕਰ ਸਕਦੇ ਹੋ। ਇਸ ਇੰਨੀ ਟਿੱਪਣੀ ਨੂੰ ਲੈ ਕੇ ਕੱਲ ਉਹਨਾਂ ਨੂੰ ਹੁਣ ਬੁਲਾਇਆ ਗਿਆ ਕਿ ਉਹ ਕਿਸ ਬਾਰੇ ਕਹੀ ਗਈ ਹੈ। ਪੁੱਛਤਾਛ ਤਾਂ ਹੋਏਗੀ, ਨੈਚੁਰਲੀ ਹੈ, ਕਾਫੀ ਚੀਜ਼ਾਂ ਆ ਚੁੱਕੀਆਂ ਨੇ ਸਾਹਮਣੇ। ਤਾਂ ਮੈਨੂੰ ਲੱਗਦਾ ਹੈ ਕਿ ਇਹਨੂੰ ਪੋਲੀਟੀਕਲ ਤੌਰ ਤੇ ਸਾਨੂੰ ਜ਼ਿਆਦਾ ਦੇਖਣ ਦੀ ਲੋੜ ਹੈ। ਕੇਸ ਦੇ ਵਿੱਚ ਕੁਝ ਨਿਕਲੇਗਾ ਨਹੀਂ ਨਿਕਲੇਗਾ ਮੈਂ ਨਹੀਂ ਕਹਿ ਸਕਦਾ, ਲੇਕਿਨ ਇਹਦਾ ਪੋਲੀਟੀਕਲੀ ਅਸਰ ਬਹੁਤ ਹੋਏਗਾ। ਤੁਸੀਂ ਠੀਕ ਕਹਿ ਰਹੇ ਹੋ ਕਿ ਇਹਦਾ ਪੋਲੀਟੀਕਲੀ ਅਸਰ ਹੋਏਗਾ। ਦਰਅਸਲ ਜਦੋਂ ਵੀ ਕੋਈ ਕੇਸ ਕੋਰਟਾਂ ਦੇ ਵਿੱਚ ਚਲੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੋਰਟਾਂ ਅੱਜਕੱਲ ਬਹੁਤ ਅਲਰਟ ਵੀ ਹੈ। ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਕਿਸੇ ਨੂੰ ਬਹੁਤ ਜਲਦੀ ਜ਼ਮਾਨਤ ਮਿਲ ਗਈ, ਨਹੀਂ ਮਿਲ ਗਈ, ਚਲਾਨ ਪੇਸ਼ ਹੋਏ, ਲੇਟ ਹੋਏ, ਇਹ ਸਾਰੇ ਮਾਮਲੇ। ਪਰ ਆਪਾਂ ਦੇਖਦੇ ਆ ਰਹੇ ਹਾਂ ਕਿ ਸਤਿੰਦਰ ਜੈਨ ਨੂੰ ਬਾਹਰ ਨਿਕਲਣ 'ਚ ਕਠਿਨਾਈ ਹੋ ਰਹੀ ਹੈ। ਵਿਜੇ ਨਾਇਰ ਨੂੰ ਜ਼ਮਾਨਤ ਨਹੀਂ ਮਿਲੀ, ਮਹੀਨਿਆਂ ਦੇ ਮਹੀਨੇ ਹੋ ਗਏ। ਹੁਣ ਕਾਫੀ ਅਰਸਾ ਹੋ ਗਿਆ, ਕਈ ਹਫ਼ਤੇ ਹੋ ਚੁੱਕੇ ਆ। ਮਨੀਸ਼ ਸਿਸੋਦੀਆ ਨੂੰ ਵੀ ਬਾਹਰ ਆਉਣ ਲਈ ਕਾਫੀ ਜਦੋਜਹਿਦ ਕਰਨੀ ਪੈ ਰਹੀ ਆ, ਇੱਕ ਤੋਂ ਬਾਅਦ ਅਗਲੀ ਅਦਾਲਤ ਵਿੱਚ ਜਾ ਰਿਹਾ। ਸੋ ਜੇਕਰ ਕੋਈ ਤੱਥ ਹੁੰਦੇ ਆ ਤਾਂ ਕੁਦਰਤੀ ਤੌਰ ਤੇ ਇਹ ਕੋਈ ਆਮ ਸਧਾਰਨ ਲੋਕ ਤਾਂ ਹੈ ਨਹੀਂ। ਕੇਜਰੀਵਾਲ ਸਾਹਿਬ ਨੇ ਇਹਨਾਂ ਨੂੰ ਰੁਤਬੇ ਦਿੱਤੇ ਹੋਏ ਆ ਦੇਸ਼ ਭਗਤਾਂ ਦੇ, ਇਹਨਾਂ ਦੀਆਂ ਤਸ਼ਬੀਹਾਂ ਭਗਤ ਸਿੰਘ ਹੋਰਾਂ ਨਾਲ ਨੇ ਸਾਰਿਆਂ ਦੀਆਂ। ਤੇ ਤੁਹਾਨੂੰ ਲੱਗਦਾ ਕਿ ਇਹਨਾਂ ਲਈ ਵੱਡੇ ਵਕੀਲ ਨਹੀਂ ਕੀਤੇ ਗਏ ਹੋਣਗੇ? ਇਹਨਾਂ ਨੂੰ ਜਿੰਨੇ ਹੱਕ ਹਕੂਕ ਹਾਸਲ ਆ, ਉਹ ਲੜਾਈ ਤਾਂ ਆਮ ਆਦਮੀ ਪਾਰਟੀ ਅਦਾਲਤਾਂ 'ਚ ਲੜ ਰਹੀ ਹੋਊਗੀ ਇਹਨਾਂ ਦੀ ਗੈਰ ਹਾਜ਼ਰੀ 'ਚ ਪੂਰੇ ਜ਼ੋਰ ਨਾਲ, ਕਿਉਂਕਿ ਸੁਪਰੀਮੋ ਤਾਂ ਬਾਹਰ ਨੇ ਨਾ, ਉਹਨਾਂ ਦੀ ਲੀਡਰਸ਼ਿਪ ਤਾਂ ਜੇ ਬਾਹਰ ਹੈ ਮੇਨ।
ਸੋ ਜੇ ਉਹ ਸਾਰੀ ਲੜਾਈ ਲੜ ਕੇ ਅਦਾਲਤਾਂ ਦੇ ਵਿੱਚੋਂ ਜ਼ਮਾਨਤਾਂ ਨਹੀਂ ਮਿਲ ਰਹੀਆਂ ਤਾਂ ਮਤਲਬ ਤੱਥਾਂ ਦੇ ਵਿੱਚ ਕੁਝ ਤਾਂ ਪੇਸ਼ ਕਰ ਰਹੀ ਹੈ ਨਾ, ਏਜੰਸੀਆਂ ਕੁਝ ਤਾਂ ਪੇਸ਼ ਕਰ ਰਹੀਆਂ। ਸੋ ਇਹੀ ਇੱਕ ਮਾਮਲਾ ਹੈ ਜਿਹੜਾ ਇਸ ਗੱਲ ਨੂੰ ਸੀਰੀਅਸ ਬਣਾਉਂਦਾ ਹੈ ਕਿ ਚੀਫ ਸੈਕਟਰੀ ਦੀ ਰਿਪੋਰਟ ਤੋਂ ਬਾਅਦ ਸੀਬੀਆਈ ਨੂੰ ਉਦੋਂ ਐਲਜੀ ਜਿਹੜੇ ਆ ਉਹ ਕੇਸ ਸੌਂਪ ਦਿੰਦੇ ਆ, ਤੇ ਸੀਬੀਆਈ ਤੋਂ ਬਾਅਦ ਈਡੀ ਇਹਦੇ ਚ ਦਖਲ ਦੇ ਕੇ ਸਾਰੇ ਮਾਮਲੇ ਇਹਨੂੰ ਇੰਨਾ ਕੰਪਲੈਕਸ ਬਣਾਤਾ ਗਿਆ, ਗੁੰਝਲਦਾਰ, ਕਿ ਹੁਣ ਤਾਂ ਚੰਡੀਗੜ੍ਹ ਦੇ ਸੱਤਾ ਦੇ ਗਲਿਆਰਿਆਂ ਦੇ ਵਿੱਚ ਵੀ ਇਹ ਘੁਸਰ ਮੁਸਰ ਹੋ ਰਹੀ ਹੈ ਕਿ ਕਿਤੇ ਅਗਲੀ ਵਾਰੀ ਸਾਡੀ ਤਾਂ ਨਹੀਂ, ਕਿਤੇ ਇੱਕ ਵਾਰੀ ਸੀਬੀਆਈ ਸਾਰਾ ਪੰਜਾਬ ਨੂੰ ਵੀ ਤਾਂ ਨਹੀਂ ਵਿੱਚ ਲੈ ਲੈਂਦੀ। ਪੰਜਾਬ ਦੇ ਪਿਛਲੇ ਸਾਲ ਦੀ ਐਕਸਾਈਜ਼ ਪਾਲਿਸੀ ਤੋਂ ਬਾਅਦ ਉਹਦੀਆਂ ਇੰਪਲੀਮੈਂਟੇਸ਼ਨਸ ਦੇ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਦੇ ਉੱਤੇ ਕਿਤੇ ਉਹਨੂੰ ਤਾਂ ਨਹੀਂ ਜਾਂਚ ਦਾ ਹਿੱਸਾ ਬਣਾ ਲਿਆ ਜਾਂਦਾ, ਇਹਨੂੰ ਵੱਡਾ ਕਰ ਲਿਆ ਜਾਂਦਾ, ਤੇ ਫਿਰ ਉਹਦੇ ਵਿੱਚ ਪੋਲੀਟੀਸ਼ੀਅਨਸ ਤੋਂ ਲੈ ਕੇ ਬਿਊਰੋਕ੍ਰੇਸੀ ਤੱਕ ਪਤਾ ਥੋੜੀ ਹੁੰਦਾ, ਤੇ ਕਾਰੋਬਾਰੀਆਂ ਤੱਕ ਕਿਹਨੂੰ ਕਿਹਨੂੰ ਤੁਸੀਂ ਸੰਮਨ ਕਰ ਸਕਦੇ ਹੋ, ਸੱਦ ਸਕਦੇ ਹੋ, ਕਿਹਨੂੰ ਅੰਦਰ ਜਾਣਾ ਪੈ ਜੇ, ਇਹ ਸਾਰੇ ਅੰਦਰ ਘੁਸਰ ਮੁਸਰ ਹੋ ਰਹੀ ਹੈ, ਰੌਲੇ ਪੈ ਰਹੇ। ਭਾਸਕਰ ਸਾਹਿਬ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ? ਜਿੱਥੇ ਤੱਕ ਇਸ ਕੇਸ ਦੇ ਪੈਟਰਨ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਹ ਜਦ ਦਿੱਲੀ ਦੀ ਐਕਸਾਈਜ਼ ਘੁਟਾਲੇ ਨੂੰ ਲੈ ਕੇ ਸੀਬੀਆਈ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਤੇ ਇੱਕ ਐਫਆਈਆਰ ਦਰਜ ਕਰਦੀ ਹੈ, ਜਿਹਦੇ ਵਿੱਚ ਮਨੀਸ਼ ਸਿਸੋਦੀਆ ਉਹਨਾਂ ਨੂੰ ਆਰੋਪੀ ਨੰਬਰ 1 ਬਣਾਇਆ ਜਾਂਦਾ ਹੈ। ਬਾਕੀ ਦੇ ਜਿਹੜੇ ਅਕਿਊਜ਼ ਸੀਗੇ ਉਹਨਾਂ ਦੇ ਲਿਸਟ ਦੇ ਵਿੱਚ ਕੁਝ ਅਫਸਰ, ਵਿਜੇ ਨਾਇਰ ਜਾਂ ਹੋਰ ਲੋਕ ਵੀ ਹੁੰਦੇ ਨੇ, ਉਹਦੇ ਵਿੱਚ ਕੇਜਰੀਵਾਲ ਦਾ ਜ਼ਿਕਰ ਨਹੀਂ ਹੁੰਦਾ। ਔਰ ਉਸ ਤੋਂ ਬਾਅਦ ਸੀਬੀਆਈ ਰੇਡ ਪਾਉਂਦੀ ਹੈ, ਈਡੀ ਵੀ ਇੱਕ ਕੇਸ ਦਰਜ ਕਰਦੀ ਹੈ, ਉਹ ਵੀ ਰੇਡਾਂ ਪਾਉਂਦੀ ਹੈ, ਪਰ ਉਹਦੇ ਵਿੱਚ ਵੀ ਜਿਹੜੇ ਚਲਾਨ ਪੇਸ਼ ਕੀਤੇ ਜਾਂਦੇ ਨੇ ਮੁੱਢਲੇ ਤੌਰ ਤੇ, ਭਾਵੇਂ ਸੀਬੀਆਈ ਦੇ ਹੋਣ ਭਾਵੇਂ ਈਡੀ ਦੇ ਹੋਣ, ਉਹਦੇ ਵਿੱਚ ਮਨੀਸ਼ ਸਿਸੋਦੀਆ ਉਹਨਾਂ ਦਾ ਬਹੁਤਾ ਜ਼ਿਕਰ ਨਹੀਂ ਹੁੰਦਾ, ਔਰ ਕੇਜਰੀਵਾਲ ਉਹਨਾਂ ਦਾ ਤਾਂ ਬਿਲਕੁਲ ਹੀ ਨਹੀਂ ਹੁੰਦਾ। ਹੁਣ ਕੱਲ ਕੇਜਰੀਵਾਲ ਸਾਹਿਬ ਨੂੰ ਬੁਲਾ ਲਿਆ ਗਿਆ, ਫਰਵਰੀ 26 ਨੂੰ ਵੀ ਬੁਲਾਇਆ ਗਿਆ ਸੀਗਾ ਮਨੀਸ਼ ਸਿਸੋਦੀਆ ਉਹਨਾਂ ਨੂੰ, ਔਰ ਸੀਬੀਆਈ ਨੇ ਆਪਣੀ ਪੁੱਛਗਿੱਛ ਤੋਂ ਬਾਅਦ ਸ਼ਾਮ ਤੱਕ ਉਹਨਾਂ ਦੀ ਗ੍ਰਿਫਤਾਰੀ ਦਿਖਾਤੀ ਸੀ। ਫਿਰ ਉਹ ਜੇਲ੍ਹ ਵਿੱਚ ਸੀਗੇ ਜਦ ਸੀਬੀਆਈ ਨੇ ਕੋਰਟਾਂ ਦੇ ਵਿੱਚ ਉਹਨਾਂ ਨੂੰ ਮਿਲਣ ਵਾਲੀ ਜ਼ਮਾਨਤ ਦੇ ਉੱਤੇ ਇੱਕ ਤਰੀਕੇ ਨਾਲ ਰਿਆਇਤ ਮਿਲਣ ਦੀ ਗੱਲਾਂ ਤੁਰ ਰਹੀ ਸੀ, ਤੇ ਮਾਰਚ 9 ਨੂੰ ਈਡੀ ਨੇ ਜੇਲ੍ਹ ਦੇ ਵਿੱਚ ਵੀ ਮਨੀਸ਼ ਸਿਸੋਦੀਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਔਰ ਉਸ ਤੋਂ ਬਾਅਦ ਲਗਾਤਾਰ ਉਹ ਜ਼ਮਾਨਤ ਵਾਸਤੇ ਲੜ ਰਹੇ ਨੇ। 17 ਜਾਂ 18 ਮਾਰਚ ਨੂੰ ਹੁਣ ਡੇਟ ਹੈਗੀ ਹੈ ਜਦੋਂ ਉਹਨਾਂ ਦੀ ਜ਼ਮਾਨਤ ਦੇ ਉੱਤੇ ਦੁਬਾਰਾ ਇੱਕ ਸੁਣਵਾਈ ਹੋਏਗੀ, ਔਰ ਕੇਜਰੀਵਾਲ ਉਹਨਾਂ ਨੂੰ ਬਤੌਰ ਵਿਟਨੈਸ ਬੁਲਾਇਆ ਗਿਆ, ਵਿਟਨੈਸ ਦੇ ਤੌਰ ਤੇ ਯਾਨੀ ਗਵਾਹ ਦੇ ਤੌਰ ਤੇ ਬੁਲਾਇਆ ਗਿਆ। ਹਜੇ ਲੱਗਦਾ ਹੈ ਕਿ ਕੱਲ ਅਗਰ ਕਿਸੇ ਨੂੰ ਵਿਟਨੈਸ ਦੇ ਤੌਰ ਤੇ ਬੁਲਾਇਆ ਜਾਂਦਾ ਹੈ ਕਿ ਇਹ ਜਿਹੜੀ ਗੱਲਾਂ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਆਈਆਂ ਜਾਂ ਨਿਕਲ ਕੇ ਆਈਆਂ, ਤੁਸੀਂ ਇਹਨਾਂ ਦੇ ਬਾਰੇ ਜਾਣਦੇ ਸੀਗੇ, ਇਹ ਤੁਹਾਡੀ ਪ੍ਰੈਜ਼ੈਂਸ ਦੇ ਵਿੱਚ ਹੋਇਆ, ਇਹ ਫੈਸਲਾ ਤੁਹਾਡੇ ਘਰ ਦੀ ਮੀਟਿੰਗ ਦੇ ਵਿੱਚ ਹੋਇਆ ਸੀ ਜਦ 6 ਤੋਂ 12% ਕਮਿਸ਼ਨ ਕਰਨ ਦੀ ਗੱਲ ਕੀਤੀ ਸੀ। ਸਾਊਥ ਲੋਬੀ ਨੂੰ ਤੁਹਾਡੇ ਘਰ ਦੇ ਵਿੱਚ ਜਿਹੜੀ ਡਰਾਫਟ ਪਾਲਿਸੀ ਬਣਾਈ ਗਈ ਸੀ, ਉਸ ਡਰਾਫਟ ਪਾਲਿਸੀ ਨੂੰ ਸਾਊਥ ਲੋਬੀ ਨੂੰ ਕਿੱਦਾਂ ਐਡਵਾਂਸ ਤੇ ਦੇ ਦਿੱਤਾ ਗਿਆ, ਕਿ ਉੱਥੇ ਫੋਟੋਕਾਪੀਆਂ ਹੋਈ ਸੀ? ਯਾਨੀ ਇਹ ਕਈ ਸਵਾਲ ਨੇ ਜਿਹੜੇ ਬਤੌਰ ਵਿਟਨੈਸ ਕੇਜਰੀਵਾਲ ਉਹਨਾਂ ਤੋਂ ਪੁੱਛੇ ਜਾ ਸਕਦੇ ਨੇ। ਕੱਲ ਦੀ ਪੁੱਛਗਿੱਛ ਤੋਂ ਬਾਅਦ ਈਡੀ ਦੀ ਐਂਟਰੀ ਵੀ ਜਿੱਦਾਂ ਮਨੀਸ਼ ਸਿਸੋਦੀਆ ਉਹਨਾਂ ਦੇ ਕੇਸ ਦੇ ਵਿੱਚ ਬਾਅਦ ਚ ਹੋਈ ਸੀ, ਔਰ ਮਾਰਚ 9 ਨੂੰ ਜੇਲ੍ਹ ਦੇ ਵਿੱਚੋਂ ਹੀ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ। ਇੱਕ ਤਰੀਕੇ ਨਾਲ ਅਗਰ ਰੂਲਿੰਗ ਪਾਰਟੀ ਕਹਿ ਲਓ ਜਾਂ ਈਡੀ ਜਾਂ ਸੀਬੀਆਈ ਕਹਿ ਲਓ, ਵਾਟਰ ਟੈਸਟ ਕਰਦੀਆਂ, ਖਾਸ ਕਰਕੇ ਵੱਡੇ ਪੋਲੀਟੀਕਲ ਬੰਦਿਆਂ ਦੇ ਉੱਤੇ ਹੱਥ ਪਾਉਣ ਤੋਂ ਪਹਿਲੇ। ਮਨੀਸ਼ ਸਿਸੋਦੀਆ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਕੋਈ ਬਹੁਤੀ ਕਾਰਵਾਈ ਯਾਨੀ ਬਹੁਤੀ ਵਿਰੋਧ ਵੀ ਦਰਜ ਨਹੀਂ ਕਰ ਪਾਈ। ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਖਿਲਾਫ, ਖਾਸ ਕਰਕੇ ਅਡਾਨੀ ਦੇ ਮੁੱਦੇ ਦੇ ਉੱਤੇ ਔਰ ਉਹਨਾਂ ਦੀ ਡਿਗਰੀ ਦੇ ਮੁੱਦੇ ਦੇ ਉੱਤੇ ਕੇਜਰੀਵਾਲ ਉਹਨਾਂ ਨੇ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਕੋਈ ਸਵਾਲ ਉਠਾਏ ਸੀ। ਉਹਨਾਂ ਸਵਾਲਾਂ ਤੋਂ ਨਾਰਾਜ਼ ਹੋ ਕੇ ਹੁਣ ਸੀਬੀਆਈ ਈਡੀ ਏਦਾਂ ਦੀ ਕਾਰਵਾਈ ਕਰ ਸਕਦੀ ਹੈ। ਇਹਦਾ ਗੱਲ ਸੰਜੇ ਸਿੰਘ ਉਹਨਾਂ ਕਰਦੇ ਰਹੇ ਨੇ, ਔਰ ਪਿਛਲੇ ਦਿਨਾਂ ਦੇ ਵਿੱਚ ਸੰਜੇ ਸਿੰਘ ਉਹਨਾਂ ਨੇ 7 ਕੋ ਐਕਿਊਜ਼ ਜਿਹੜੇ ਐਕਸਾਈਜ਼ ਪਾਲਿਸੀ ਦੇ ਹੈਗੇ ਨੇ, ਉਹਨਾਂ ਦੇ ਹਾਈ ਕੋਰਟ ਦੇ ਵਿੱਚ ਦਿੱਤੇ ਹੋਏ ਬਿਆਨਾਂ ਦਾ ਜ਼ਿਕਰ ਕੀਤਾ ਸੀਗਾ, ਜਿਹਦੇ ਵਿੱਚ ਇਹ ਗੱਲ ਕਹੀ ਸੀ ਕਿ ਸਾਡੇ ਨਾਲ ਇੱਕ ਤਰੀਕੇ ਨਾਲ ਥਰਡ ਟੌਰਚਰ, ਕੰਨ ਦੇ ਪਰਦੇ ਪਾੜ ਕੇ ਇਹ ਗੱਲ ਕਬੂਲ ਕਰਵਾਈ ਜਾ ਰਹੀ ਹੈ ਕਿ ਪੋਲੀਟੀਸ਼ੀਅਨਾਂ ਦਾ ਨਾਂ ਲਓ, ਕਿ ਉਸ ਬਿਆਨਾਂ ਦੇ ਆਧਾਰ ਤੇ ਕੱਲ ਕੇਜਰੀਵਾਲ ਨੂੰ ਬੁਲਾਇਆ। ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ, ਬਤੌਰ ਵਿਟਨੈਸ ਬੁਲਾਇਆ, ਪਰ ਅੱਗੇ ਚੱਲ ਕੇ ਇਹ ਗੱਲ ਕਿੱਥੇ ਜਾ ਕੇ ਟਿਕਦੀ ਹੈ, ਔਰ ਉਹ ਜਿਹੜੇ ਐਕਿਊਜ਼ ਨੇ ਜਿਹੜੇ ਹਾਈ ਕੋਰਟ ਦੇ ਵਿੱਚ ਲਿਖਿਤ ਰੂਪ ਵਿੱਚ ਇਹ ਗੱਲ ਦੇ ਰਹੇ ਨੇ ਕਿ ਸਾਡੇ ਕੋਲੋਂ ਜ਼ਬਰਦਸਤੀ ਇਹ ਗੱਲ ਮਨਵਾਈ ਜਾ ਰਹੀ ਹੈ, ਜਿਹੜੀ ਗੱਲ ਉਹਨਾਂ ਨੇ ਮੰਨੀ ਹੈ, ਉਹਨਾਂ ਮੰਨੀ ਹੋਈ ਗੱਲਾਂ ਦੇ ਆਧਾਰ ਦੇ ਉੱਤੇ ਕੇਜਰੀਵਾਲ ਨੂੰ ਬੁਲਾਇਆ ਜਾ ਰਿਹਾ ਹੈ। ਹੁਣ ਅੱਗੇ ਚੱਲ ਕੇ ਕੇਜਰੀਵਾਲ ਉਹਨਾਂ ਦੀ ਪਾਰਟੀ ਆਪਣੇ ਬੁਲਾਏ ਜਾਣ ਤੋਂ ਜਾਂ ਅੱਗੇ ਚੱਲ ਕੇ ਅਗਰ ਉਹਨਾਂ ਨੂੰ ਅਰੈਸਟ ਵੀ ਕਰ ਲੈਂਦੇ ਨੇ, ਕਿੰਨਾ ਕੁ ਵਿਰੋਧ ਕਰਦੀ ਨੇ ਔਰ ਆਪੋਜੀਸ਼ਨ ਪਾਰਟੀਆਂ ਉਹਨਾਂ ਦਾ ਕਿੰਨਾ ਕੁ ਸਾਥ ਦਿੰਦੀ ਹੈ। ਸਾਰੀ ਦੇਸ਼ ਦੀ ਰਾਜਨੀਤੀ ਉਸ ਗੱਲ ਤੇ ਖੜੀ ਹੈ, ਕਿਉਂਕਿ ਰਾਹੁਲ ਗਾਂਧੀ ਨੂੰ ਜਦ ਡਿਸਕੁਆਲੀਫਾਈ ਕੀਤਾ ਸੀ, ਉਸ ਤੋਂ ਬਾਅਦ ਪੂਰਾ ਆਪੋਜੀਸ਼ਨ ਇਕਜੁੱਟ ਹੋਣ ਦੇ ਬਾਵਜੂਦ ਵੀ ਬਹੁਤਾ ਵਿਰੋਧ ਨਹੀਂ ਕਰ ਪਾਇਆ ਸੀ। ਹੁਣ ਤੇ ਕੱਲ ਪਰਸੋਂ 13 ਤਰੀਕ ਨੂੰ ਇਹਦੇ ਉੱਤੇ ਸੁਣਵਾਈ ਗੁਜਰਾਤ ਕੋਰਟ ਦੇ ਵਿੱਚ ਜ਼ਰੂਰ ਹੋਈ ਹੈ, ਪਰ ਅੱਗੇ ਚੱਲ ਕੇ ਰਾਹੁਲ ਨੂੰ ਕੋਈ ਰਾਹਤ ਮਿਲਦੀ ਹੈ, ਇਹ ਵੀ ਇੱਕ ਅਨਸਰਟਨਿਟੀ ਬਣੀ ਹੋਈ। ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਦੀ ਕੋਈ ਸੰਭਾਵਨਾ ਪਹਿਲੀ ਨਜ਼ਰ ਦੇ ਵਿੱਚ ਨਹੀਂ ਲੱਗਦੀ, ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ। ਪਰ ਜੇ ਆਪਾਂ ਇਸ ਚਲਨ ਨੂੰ ਦੇਖੀਏ ਤਾਂ ਮਨੀਸ਼ ਸਿਸੋਦੀਆ ਨੂੰ ਵੀ ਇੱਕ ਤੋਂ ਵੱਧ ਵਾਰੀ ਪਹਿਲਾਂ ਬੁਲਾਇਆ ਗਿਆ ਸੀ, ਔਰ ਕਈ ਦੌਰ ਦੀ
ਪੁੱਛਗਿੱਛ, ਉਹਨਾਂ ਦੇ ਘਰ ਨੂੰ ਵੀ ਕਈ ਵਾਰੀ ਉਹਨਾਂ ਨੇ ਰੇਡ ਕੀਤਾ, ਕਈ ਵਾਰੀ ਆਣ ਕੇ ਉਹਨਾਂ ਦੇ ਘਰ ਦੀ ਤਲਾਸ਼ੀ ਵੀ ਲਈ। ਸਸੋਦੀਆ ਸਾਹਿਬ ਦਾ ਅਕਸਰ ਟਵੀਟ ਆ ਜਾਂਦਾ ਹੁੰਦਾ ਸੀ ਕਿ ਅੱਜ CBI ਆ ਰਹੀ ਹੈ, ਅੱਜ ਮੈਨੂੰ ਸੱਦਿਆ। ਲੇਕਿਨ ਕੇਜਰੀਵਾਲ ਸਾਹਿਬ ਲਈ ਫਿਲਹਾਲ ਕੋਈ ਖਤਰਾ ਲੱਗ ਨਹੀਂ ਰਿਹਾ। ਲੇਕਿਨ ਖਤਰਿਆਂ ਤੋਂ ਖਾਲੀ ਨਹੀਂ ਹੁੰਦੀ ਸਿਆਸਤ ਕਦੇ ਵੀ, ਜਦੋਂ ਸੱਤਾ ਭਿੜਦੀਆਂ ਹੋਣ। ਅਸੀਂ ਇੰਦਰਪ੍ਰੀਤ ਜੀ ਸੱਤਾ ਦੀ ਗੱਲ ਕਰਾਂਗੇ ਤਾਂ ਰਾਜਸਥਾਨ ਵਾਲੀ ਸੱਤਾ 'ਚ ਸਾਡੇ ਰੰਧਾਵਾ ਸਾਹਿਬ ਨਪੀੜੇ 'ਚ ਜਾ ਰਹੇ ਆ। ਇਹ ਤਾਂ ਕਾਫੀ ਧਾਕੜ ਕਿਸਮ ਨਾਲ ਉੱਥੇ ਦੀ ਪੋਲਿਟਿਕਸ ਨੂੰ ਐਡਰੈਸ ਕਰ ਰਹੇ ਸੀ। ਅਚਨਚੇਤ ਹੀ ਅੱਜ ਮੈਂ ਦੈਨਿਕ ਭਾਸਕਰ ਦੀ ਰਿਪੋਰਟ ਦੇਖ ਰਿਹਾ, ਉਹ ਕਹਿੰਦੇ ਜੀ ਇਹਨਾਂ ਨੂੰ ਤਾਂ ਕਾਰਨਰ ਕਰਤਾ ਗਿਆ, ਸਾਈਡ ਲਾਈਨ ਕਰਤਾ ਗਿਆ। ਰਾਹੁਲ ਗਾਂਧੀ ਨੇ ਆਪਣੇ ਹੱਥ 'ਚ ਕਮਾਂਡ ਲੈ ਲਈ ਆ ਔਰ ਉਹਨਾਂ ਨੇ ਸਿੱਧਾ ਸਚਿਨ ਪਾਇਲਟ ਨਾਲ ਗੱਲਬਾਤ ਵੀ ਸ਼ੁਰੂ ਕਰਤੀ ਆ, ਉੱਥੇ ਟੀਮ ਵੀ ਭੇਜਤੀ ਆ ਤੇ ਰੰਧਾਵਾ ਸਾਹਿਬ ਨੂੰ ਬਾਹਰ ਕਰਤਾ। ਇਹ ਬਾਹਰ ਮੱਖਣ ਚੋਂ ਵਾਲ ਵਾਂਗ ਕੀਤਾ ਕਿ ਅਜੇ ਉਦਾਂ ਹੀ ਪਾਸੇ ਬੈਠਣ ਲਈ ਕਿਹਾ ਵੀ ਤੁਸੀਂ ਅਜੇ ਸਪੇਰਾਂ 'ਚ ਹੀ ਰਹੋ, ਤੁਹਾਨੂੰ ਪਲੇਅਰਾਂ 'ਚ ਬਾਅਦ 'ਚ ਲਿਆਵਾਂਗੇ। ਰੰਧਾਵਾ ਸਾਹਿਬ ਜਿਹੜੀ ਰਾਜਸਥਾਨ ਦੇ ਵਿੱਚ, ਕਿਉਂਕਿ ਅਗਲੇ ਸਾਲ ਇਲੈਕਸ਼ਨ ਨੇ, ਇਸੇ ਸਾਲ ਨਹੀਂ ਆ, ਅਗਲੇ ਸਾਲ ਇਹਦੇ ਨੇੜੇ ਤੇੜੀ ਨੇ, ਉਹਦੇ ਵਿੱਚ ਹਜੇ ਤੱਕ ਜਿਹੜੀ ਉਹਨਾਂ ਦੀ ਕਾਟੋ ਕਲੇਸ਼ ਹੈ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਦੇ ਵਿੱਚ, ਉਹ ਥੰਮਣ ਦਾ ਨਾਂ ਨਹੀਂ ਲੈ ਰਹੀ। ਬਹੁਤ ਕੋਸ਼ਿਸ਼ ਕੀਤੀ ਗਈ, ਬਹੁਤ ਹੋਰ ਵੀ ਬੰਦੇ ਪਹਿਲਾਂ ਭੇਜੇ ਗਏ, ਫਿਰ ਅਲਟੀਮੇਟਲੀ ਸੁਖਜਿੰਦਰ ਰੰਧਾਵਾ ਹੋਰਾਂ ਨੂੰ, ਕਿਉਂਕਿ ਸੀਨੀਅਰ ਲੀਡਰ ਨੇ ਔਰ ਕਾਂਗਰਸੀ ਨੇਤਾ ਨੇ, ਬੜੇ ਪੁਰਾਣੇ ਪਰਿਵਾਰ ਚੋਂ ਨੇ, ਤਾਂ ਸ਼ਾਇਦ ਇਹ ਸੋਚ ਕੇ ਭੇਜਿਆ ਗਿਆ ਕਿ ਇਹਨਾਂ ਦੀ ਸੀਨੀਅਰਿਟੀ ਉੱਥੇ ਕੰਮ ਆਏ ਤੇ ਦੋਨਾਂ ਦੇ ਵਿੱਚ ਕੋਈ ਪੈਚ ਅਪ ਹੋ ਜਾਏ। ਦੇਖੋ, ਕਿਸੇ ਵੀ ਪ੍ਰਭਾਰੀ ਲਈ ਇਹ ਔਖਾ ਬਹੁਤ ਹੁੰਦਾ ਜਦੋਂ ਉੱਥੇ ਦੇ ਦੋ ਸੀਨੀਅਰ ਲੀਡਰ ਲੜ ਰਹੇ ਹੋਣ। ਉਹ ਆਪਾਂ ਪੰਜਾਬ 'ਚ ਵੀ ਦੇਖ ਚੁੱਕੇ ਹਾਂ, ਚਾਹੇ ਹਰੀਸ਼ ਰਾਵਤ ਵਰਗੇ ਸੀਨੀਅਰ ਲੀਡਰ ਨੂੰ ਉੱਤਰਾਖੰਡ ਤੋਂ ਭੇਜਿਆ ਗਿਆ, ਚਾਹੇ ਪਹਿਲਾਂ ਆਸ਼ਾ ਕੁਮਾਰੀ ਇੱਥੇ ਸੀ ਹਿਮਾਚਲ ਤੋਂ ਭੇਜੀ ਗਈ, ਕਦੇ ਵੀ ਉਹ ਬਣਦੀ ਨਹੀਂ ਗੱਲ। ਇਹੀ ਸੋਚ ਕੇ ਸੁਖਜਿੰਦਰ ਰੰਧਾਵਾ ਨੂੰ ਭੇਜਿਆ ਗਿਆ ਸੀ, ਪਰ ਬਣੀ ਨਹੀਂ ਗੱਲ। 2 ਦਿਨ ਪਹਿਲਾਂ ਜਿਸ ਤਰ੍ਹਾਂ ਸਚਿਨ ਪਾਇਲਟ ਧਰਨੇ ਤੇ ਬੈਠ ਗਿਆ, ਆਪਣੀ ਸਰਕਾਰ ਦੇ ਹੁੰਦੇ ਹੋਏ ਕਰਪਸ਼ਨ ਦੇ ਉਹਨੂੰ ਲੈ ਕੇ ਵੀ ਕੋਈ ਕਾਰਵਾਈ ਨਹੀਂ ਹੋਈ। ਉਹਦੇ ਨਾਲ ਜਿਹੜੀ ਕਾਂਗਰਸ ਦੀ ਉਹ ਫਜ਼ੀਅਤ ਹੋਈ ਹੈ, ਉਹਨੂੰ ਮੈਨੂੰ ਲੱਗਦਾ ਰਾਹੁਲ ਗਾਂਧੀ ਨੇ ਕਾਫੀ ਸੀਰੀਅਸਲੀ ਲਿਆ। ਇਸ ਕਰਕੇ ਕਮਲਨਾਥ ਤੇ ਇਹ ਵੇਣੂ ਗੋਪਾਲ ਜਿਹੜੇ ਉਹਨਾਂ ਦੇ ਸੰਗਠਨ ਸਚਿਵ ਨੇ, ਉਹਨਾਂ ਨੂੰ ਭੇਜਿਆ ਗਿਆ। ਤੇ ਫਿਲਹਾਲ ਮੈਨੂੰ ਲੱਗਦਾ ਕਿ ਸ਼ਾਇਦ ਇਹ ਕਿਹਾ ਗਿਆ ਕਿ ਸੁਖੀ ਰੰਧਾਵਾ ਨੂੰ ਬਾਹਰ ਰੱਖਿਆ ਜਾਏ, ਕਿਉਂਕਿ ਸਚਿਨ ਪਾਇਲਟ ਹੋਰਾਂ ਨੂੰ ਸ਼ਾਇਦ ਇਹ ਲੱਗ ਰਿਹਾ ਕਿ ਉਹ ਜਿਹੜਾ ਇੱਕ ਨਿਸ਼ਪਕਸ਼ ਰੋਲ ਹੁੰਦਾ ਹੈ ਉਹ ਅਦਾ ਨਹੀਂ ਕਰ ਰਹੇ। ਤਾਂ ਇਸ ਕਰਕੇ ਹੁਣ ਜਿਹੜੀ ਕਮਾਨ ਰਾਹੁਲ ਗਾਂਧੀ ਨੇ ਖੁਦ ਆਪਣੇ ਹੱਥਾਂ 'ਚ ਲਿੱਤੀ ਹੈ ਤੇ ਆਉਣ ਵਾਲੇ ਟਾਈਮ 'ਚ ਉਹ ਇਹਦਾ ਕੀ ਮਤਲਬ ਕੋਈ ਰੂਪ ਰੇਖਾ ਦੀ ਤਿਆਰ ਕਰਦੇ ਆ, ਲੜਾਈ ਕਿਵੇਂ ਨਿਪਟਾਉਂਦੇ ਆ, ਇਹ ਦੇਖਣ ਵਾਲੀ ਗੱਲ ਹੋਏਗੀ। ਹਾਂ, ਇਹ ਦੇਖਣ ਵਾਲੀ ਗੱਲ ਹੋਏਗੀ, ਦੇਖਦੇ ਰਵਾਂਗੇ। ਪਰ ਭਾਸਕਰ ਸਾਹਿਬ, ਆਖਰੀ ਖਬਰ ਲੈਂਦੇ ਆ। ਇੱਕ ਖਬਰ ਅਸੀਂ ਛੱਡਾਂਗੇ ਅੱਜ, ਕਣਕ ਨਾਲ ਸੰਬੰਧਿਤ, ਫਸਲ ਨਾਲ ਸੰਬੰਧਿਤ, ਲੇਕਿਨ ਆਪਾਂ ਸੁਖਬੀਰ ਬਾਦਲ ਦੀ ਲਿਖੀ ਚਿੱਠੀ ਤੇ ਜ਼ਰੂਰ ਚੱਲੀਏ। ਹਾਲਾਂਕਿ ਇਹ ਡਿਬੇਟ ਮੰਗਦੀ ਹੈ, ਅਕਾਲੀ ਦਲ ਦਾ ਸਟੈਂਡ ਚੰਗਾ। ਸੁਖਬੀਰ ਬਾਦਲ ਕਾਫੀ ਅਰਸੇ ਬਾਅਦ ਕਿਸੇ ਮੁੱਦੇ ਦੇ ਉੱਤੇ ਸਿੱਧਾ ਐਡਰੈਸ ਹੋ ਰਿਹਾ ਪ੍ਰਧਾਨ ਮੰਤਰੀ ਨੂੰ। ਚੰਗਾ ਹੁੰਦਾ ਕਿ ਉਹ ਸਮਾਂ ਮੰਗਦੇ, ਪਤਾ ਨਹੀਂ ਸ਼ਾਇਦ ਚਿੱਠੀ 'ਚ ਮੰਗਿਆ ਵੀ ਹੋਵੇ, ਵਫਦ ਲੈ ਕੇ ਜਾਂਦੇ, ਪ੍ਰਧਾਨ ਮੰਤਰੀ ਸਾਹਿਬ ਨੂੰ ਪੁਰਾਣੇ ਰਿਸ਼ਤਿਆਂ ਦਾ ਹਵਾਲਾ ਦੇ ਕੇ ਇਸ ਗੱਲ ਲਈ ਮਨਾਉਂਦੇ ਕਿ ਖਾਸ ਤੌਰ ਤੇ ਜਦੋਂ ਇਹ ਇਸ ਤਰ੍ਹਾਂ ਦੇ ਐਕਟ ਅਧੀਨ ਕਾਰਵਾਈ ਹੁੰਦੀ ਹੈ ਤੇ ਬੇਗਾਨਗੀ ਦਾ ਭਾਵ ਵੀ ਅੱਗੇ ਵੱਧਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਹਲਕਾ ਜਿਹਾ ਟੱਚ ਕਰੋ। ਐਨਐਸਏ ਦੇ ਮੁੱਦੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਚਿੱਠੀ ਲਿਖ ਕੇ ਇਹ ਗੱਲ ਕਹਿੰਦੇ ਨੇ ਕਿ ਸਿੱਖਾਂ ਦੇ ਉੱਤੇ, ਸਿੱਖ ਨੌਜਵਾਨਾਂ ਦੇ ਉੱਤੇ, ਬੱਚਿਆਂ ਦੇ ਉੱਤੇ ਜਿਸ ਤਰੀਕੇ ਨਾਲ ਐਨਐਸਏ ਲਾਈ ਜਾ ਰਹੀ ਹੈ, ਔਰ ਡਿਬਰੂਗੜ੍ਹ ਭੇਜਿਆ 9 ਦੇ ਕਰੀਬ ਐਕਿਊਜ਼ ਜਿਹੜੇ ਅੰਮ੍ਰਿਤਪਾਲ ਦੇ ਕੇਸ ਦੇ ਵਿੱਚ ਫੜੇ ਸੀਗੇ, ਉਹਨਾਂ ਨੇ ਇਹਦਾ ਵਿਰੋਧ ਕੀਤਾ। ਐਨਐਸਏ ਵਰਗੇ ਡਰੈਕੋਨੀਅਨ ਲਾਅ ਜਾਂ ਫਿਰ ਯੂਏਪੀ ਵਰਗੇ ਜਿਹੜਾ ਅਨਲਾਫੁਲ ਐਕਟੀਵਿਟੀ ਜਿਹੜੀ ਐਕਟ ਹੈ, ਉਹਨੂੰ ਸਿਰੇ ਤੋਂ ਖਤਮ ਕਰਨ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ। ਗੱਲਾਂ ਉਹਨਾਂ ਨੇ ਅਨੰਦਪੁਰ ਰੈਜ਼ੋਲੂਸ਼ਨ ਦੀ ਵੀ ਕੀਤੀ ਹੈ ਉਸ ਲੈਟਰ ਦੇ ਵਿੱਚ, ਜਿਹਦੇ ਵਿੱਚ ਕਿਹਾ ਗਿਆ ਕਿ ਐਨਸੀਆਰਟੀ ਦੇ ਵਿੱਚ ਜਿਸ ਤਰੀਕੇ ਨਾਲ ਇਹਨੂੰ ਸੈਪਰੇਟਿਸਟ ਡਾਕੂਮੈਂਟ ਦੱਸਿਆ ਗਿਆ, ਉਹਦਾ ਅਸੀਂ ਖਾਸ ਤੌਰ ਤੇ ਵਿਰੋਧ ਦਰਜ ਕਰਦੇ ਹਾਂ ਔਰ ਗਲਤ ਤਰੀਕੇ ਨਾਲ ਸਿੱਖ ਤੇ ਸਿੱਖੀ ਨੂੰ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੱਲਾਂ ਬਹੁਤ ਵਧੀਆ ਕੀਤੀ ਔਰ ਇਹ ਗੱਲਾਂ ਕਰਨੀ ਵੀ ਚਾਹੀਦੀ ਸੀ। ਸੁਖਬੀਰ ਬਾਦਲ ਖਾਸ ਕਰਕੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ, ਔਰ ਪ੍ਰਧਾਨ ਨੂੰ ਸਿੱਖੀ ਦੇ ਮੁੱਦੇ ਦੇ ਉੱਤੇ, ਪੰਥਕ ਮੁੱਦਿਆਂ ਦੇ ਉੱਤੇ ਇਹ ਗੱਲ ਕਰਨੀ ਬਣਦੀ ਸੀ। ਪਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਉੱਤੇ ਵੀ ਇੱਕ ਐਲੀਗੇਸ਼ਨ ਲੱਗਦਾ ਹੈ ਕਿ ਜਦ ਇਹਨਾਂ ਦਾ ਕਾਰਿਆਕਾਲ ਸੀਗਾ ਤੇ UAPA ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਟੈਨਿਓਰ ਦੇ ਵਿੱਚ ਹੋਏ ਸੀ, ਜਦ ਇਹ ਹੋਮ ਮਿਨਿਸਟਰ ਹੁੰਦੇ ਸੀ। ਚਿੱਠੀ ਲਿਖੀ ਹੈ, ਚਿੱਠੀ ਤੋਂ ਬਾਅਦ ਕੇਂਦਰ ਦਾ ਕੀ ਰਿਐਕਸ਼ਨ ਹੁੰਦਾ ਹੈ, ਇਹ ਕੋਈ ਬਹੁਤਾ ਐਕਸਪੈਕਟੇਸ਼ਨ ਹੈ ਨਹੀਂ ਇਸ ਗੱਲ ਤੇ, ਕਿਉਂਕਿ ਕੇਂਦਰ ਦੀ ਸਹਿਮਤੀ ਦੇ ਨਾਲ ਹੀ ਉਹਨਾਂ ਡਿਬਰੂਗੜ੍ਹ ਵਾਲੇ ਕੈਦੀਆਂ ਦੇ ਖਿਲਾਫ ਐਨਐਸਏ ਲਾਈ ਹੈ ਔਰ ਅੰਮ੍ਰਿਤਪਾਲ ਨੂੰ ਜਦ ਕਦੀ ਵੀ ਫੜਿਆ ਜਾਂਦਾ ਤੇ ਉਹਦੇ ਖਿਲਾਫ ਵੀ ਐਨਐਸਏ ਲਾਈ ਜਾਏਗੀ। ਇਹ ਗੱਲ ਪਹਿਲੇ ਤੋਂ ਹੀ ਤੈਅ ਵੇ ਔਰ ਲਾ ਦਿੱਤੀ ਹੈ ਐਨਐਸਏ ਅੰਮ੍ਰਿਤਪਾਲ ਦੇ ਖਿਲਾਫ। ਹੁਣ ਇਸ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਕਿੰਨੇ ਕੁ ਗੰਭੀਰ ਹੁੰਦੇ ਨੇ, ਸੁਖਬੀਰ ਸਿੰਘ ਬਾਦਲ ਕਿੰਨੇ ਕੁ ਗੰਭੀਰ ਹੁੰਦੇ ਨੇ, ਕੋਈ ਗੱਲਬਾਤ ਦਾ ਸਿਲਸਿਲਾ ਅੱਗੇ ਤੁਰਦਾ ਹੈ।
ਤੇ ਉਹ ਤੇ ਬਾਅਦ ਚੋਂ ਪਤਾ ਲੱਗੇਗਾ। ਪਰ ਹਾਂ, ਚਿੱਠੀ ਲਿਖਣਾ ਖਾਸ ਕਰਕੇ ਪੰਜਾਬ ਦੇ ਵਿੱਚ ਪੰਥਕ ਜਥੇਬੰਦੀਆਂ ਦੇ ਵਿੱਚ ਇੱਕ ਵੈਲਕਮ ਸਟੈਪ ਦੇ ਤੌਰ ਤੇ ਦੇਖਿਆ ਗਿਆ ਕਿ ਇਸ ਮੁੱਦੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਕੁਝ ਕਹਿਣਾ, ਭਾਵੇਂ ਚਿੱਠੀ ਲਿਖ ਕੇ ਹੀ, ਇਹ ਚੰਗੀ ਗੱਲ ਮੰਨੀ ਜਾ ਰਹੀ। ਇੰਦਰਪ੍ਰੀਤ ਜੀ, ਇੱਕ ਛੋਟੀ ਜਿਹੀ ਟਿੱਪਣੀ ਪਲੱਸ ਨਾਲ ਜਿਹੜੀ ਆਪਾਂ ਕਣਕ ਦੀ ਗੱਲ ਕਰ ਰਹੇ ਹਾਂ, ਕਿੰਨਾ ਜ਼ਿਲ੍ਹਿਆਂ ਦੇ ਵਿੱਚੋਂ ਕਣਕ ਠੀਕ ਠਾਕ ਆ ਰਹੀ ਹੈ, ਝਾੜ ਦਾ ਕੀ ਹਾਲ ਹੈ? ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ ਔਰ ਉਹਦੇ ਵਿੱਚ ਤਾਂ ਇਹ ਸਾਫ਼ ਦੱਸਿਆ ਗਿਆ ਕਿ ਕਾਫੀ ਝਾੜ ਜਿਹੜਾ ਉਹ ਠੀਕ ਠਾਕ ਹੈ, ਨੁਕਸਾਨ ਉਹਨਾਂ ਨਹੀਂ ਹੋਇਆ, ਲੇਕਿਨ ਕੁਝ ਜ਼ਿਲ੍ਹਿਆਂ 'ਚ ਨੁਕਸਾਨ ਕਾਫੀ ਹੋਇਆ ਵੀ ਹੋਊਗਾ। ਜੇ ਤੁਹਾਡੇ ਕੋਲ ਕੋਈ ਅੰਕੜੇ ਨੇ ਤਾਂ ਕਾਲੀ ਕਾਲੀ 'ਚ ਦੇ ਦਿਓ ਜੀ। ਰੰਧਾਵਾ ਸਾਹਿਬ, ਜਿਹੜੀ ਸੁਖਬੀਰ ਬਾਦਲ ਹੋਰਾਂ ਦੀ ਚਿੱਠੀ ਹੈ, ਇਹਦੇ ਚ ਡਿਟੇਲ ਤਾਂ ਭਾਸਕਰ ਸਾਹਿਬ ਨੇ ਦੱਸ ਦਿੱਤੀ ਹੈ, ਮੈਂ ਉਸ 'ਚ ਨਹੀਂ ਜਾਊਂਗਾ। ਇਹਦੇ 'ਚ ਸਿਰਫ ਇੱਕ ਗੱਲ ਇਹ ਸੀਗੀ ਕਿ ਜਦੋਂ ਇਸ ਤਰ੍ਹਾਂ ਦੇ ਮਾਮਲੇ ਹੁੰਦੇ ਹੈ, ਅਕਾਲੀ ਦਲ ਜਦ ਤੱਕ ਬੀਜੇਪੀ ਦਾ ਗਠਜੋੜ ਸਾਥੀ ਰਿਹਾ ਹੈ, ਉਦੋਂ ਸੁਖਬੀਰ ਬਾਦਲ ਹੋਰਾਂ ਨੇ ਕਦੇ ਵੀ ਇਸ ਤਰ੍ਹਾਂ ਦੇ ਇਸ਼ੂਜ਼ ਨਹੀਂ ਉਠਾਏ ਜਾਂ ਵਿਰੋਧ ਵੀ ਨਹੀਂ ਕੀਤਾ, ਚਾਹੇ ਉਹ ਜੰਮੂ ਕਸ਼ਮੀਰ ਦੀ ਧਾਰਾ 370 ਤੋੜਨ ਦਾ ਮਾਮਲਾ ਹੋਵੇ, ਚਾਹੇ 3 ਖੇਤੀ ਕਾਨੂੰਨ ਲਿਆਉਣ ਦਾ ਮਾਮਲਾ ਹੋਵੇ। ਇਹ ਜਦ ਤੱਕ ਹਰ ਗਲਤ ਗੱਲ ਨੂੰ ਗਲਤ ਨਹੀਂ ਕਹਿੰਦਾ, ਚਾਹੇ ਤੁਸੀਂ ਪਾਰਟੀ ਦੇ ਉਸ ਵੱਡੀ ਪਾਰਟੀ ਗਠਬੰਧਨ ਦੇ ਹਿੱਸੇਦਾਰੀ ਕਿਉਂ ਨਾ ਹੋ, ਤਾਂ ਤੱਕ ਮੈਨੂੰ ਲੱਗਦਾ ਕਿ ਫਿਰ ਜਦੋਂ ਤੁਹਾਡੇ ਨਾਲ ਬੀਤਦੀ ਹੈ, ਫਿਰ ਉਦੋਂ ਵੀ ਕਹਿਣ ਦਾ ਇੱਕ ਕੋਈ ਮਤਲਬ ਨਹੀਂ ਰਹਿ ਜਾਂਦਾ। ਜਦੋਂ ਬੰਦਾ ਇਹ ਕਹਿੰਦਾ ਵੀ ਯਾਰ ਜਦੋਂ 370 ਤੋੜੀ ਸੀ, ਤੁਸੀਂ ਕਿਹੜਾ ਕੁਝ ਬੋਲੇ ਉਦੋਂ, ਇਹਦਾ ਮਤਲਬ ਤੁਸੀਂ ਮੂਕ ਸਮਰਥਨ ਦਿੱਤਾ ਉੱਥੇ। ਤਾਂ ਹੁਣ ਜਦੋਂ ਤੁਹਾਡੇ ਮਤਲਬ ਸਿੱਖ ਯੁਵਾਵਾਂ ਨੂੰ ਉੱਥੇ ਭੇਜਿਆ ਜਾ ਰਿਹਾ ਹੈ ਡਿਬਰੂਗੜ੍ਹ, ਤਾਂ ਵੀ ਫਿਰ ਸਾਨੂੰ ਫਿਰ ਬੋਲਣ ਦਾ ਕੋਈ ਰਾਈਟ ਹੀ ਨਹੀਂ ਰਹਿ ਜਾਂਦਾ। ਆਪਣੇ ਘਰੇ ਜਦੋਂ ਅੱਗ ਲੱਗਦੀ ਹੈ, ਉਦੋਂ ਹੀ ਅੱਗ ਨਹੀਂ ਸਮਝਣਾ ਚਾਹੀਦਾ, ਦੂਜਿਆਂ ਦੇ ਘਰੇ ਲੱਗੀ ਹੋਈ ਅੱਗ ਨੂੰ ਵੀ ਅੱਗ ਹੀ ਸਮਝਣਾ ਚਾਹੀਦਾ, ਉਹ ਬਸੰਤਰ ਨਹੀਂ ਹੁੰਦਾ। ਦੂਸਰੀ ਗੱਲ ਜਿਹੜੀ ਤੁਸੀਂ ਇਹਦੀ ਪੁੱਛੀ ਹੈਗੀ ਹੈ ਗੜੇਮਾਰੀ ਦੀ, ਠੀਕ ਹੈ, ਕੱਲ ਅਸੀਂ ਕਾਫੀ ਮੰਡੀਆਂ ਦੇ ਵਿੱਚ ਗਏ ਸੀਗੇ, ਜਿਹੜੀ ਇਹ ਪਟਿਆਲਾ, ਫਤਿਹਗੜ੍ਹ ਸਾਹਿਬ, ਰੋਪੜ, ਮੋਹਾਲੀ, ਇਸ ਇਲਾਕੇ ਦੇ ਵਿੱਚ ਕਣਕ ਵਿਛੀ ਜ਼ਰੂਰ ਹੈ, ਲੇਕਿਨ ਉਹ ਕਾਫੀ ਖੜੀ ਹੋ ਗਈ ਹੈ। ਕੰਬਾਈਨਾਂ ਵੀ ਮੈਨੇ ਬਹੁਤ ਸਾਰੀ ਖੇਤਾਂ 'ਚ ਚਲਦੀਆਂ ਦੇਖੀਆਂ ਨੇ, ਜਦਕਿ ਮੇਰਾ ਪਹਿਲਾਂ ਇਹ ਵਿਚਾਰ ਸੀਗਾ ਕਿ ਜਿਸ ਤਰ੍ਹਾਂ ਕਣਕ ਵਿਛ ਗਈ ਹੈ, ਕੰਬਾਈਨ ਦਾ ਚੱਲਣਾ ਬਹੁਤ ਔਖਾ ਹੋਏਗਾ। ਪਰ ਜਿਹੜਾ ਇਹ ਬਠਿੰਡਾ, ਮਾਨਸਾ ਤੋਂ ਉੱਪਰ ਮੋਗਾ, ਫਿਰੋਜ਼ਪੁਰ ਵਾਲਾ ਜਿਹੜਾ ਏਰੀਆ ਹੈ, ਇਹਦੇ ਵਿੱਚ ਜਿੱਥੇ ਗੜੇਮਾਰ ਜ਼ਿਆਦਾ ਹੋਈ ਹੈ, ਉੱਥੇ ਤਾਂ ਨੁਕਸਾਨ ਕਾਫੀ ਹੋਇਆ, 20% ਤੋਂ ਵੀ ਉੱਪਰ ਆ ਰਿਹਾ। ਪਰ ਇੱਥੇ ਠੀਕ ਹੈ, 20 ਕੁਇੰਟਲ ਜਿਹੜਾ ਐਵਰੇਜ ਜਿਹੜੀ ਪੰਜਾਬ ਦੀ ਹੈਗੀ ਹੈ ਪਰ ਏਕੜ ਦੀ, 22-23 ਵੀ ਚਲੀ ਜਾਂਦੀ ਹੈ, ਲੇਕਿਨ 20 ਸਾਡੀ ਐਵਰੇਜ ਮੰਨੀ ਜਾਂਦੀ ਹੈ, ਉਹ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਲਗਭਗ ਆ ਰਹੀ ਹੈ। ਤੇ ਮੈਨੂੰ ਲੱਗਦਾ ਕਿ ਬਹੁਤਾ ਉਹ ਨੁਕਸਾਨ ਤਾਂ ਨਹੀਂ ਆਏਗਾ, ਮੰਡੀਆਂ 'ਚ ਤਾਂ ਸਟਾਕ ਪੂਰਾ ਹੀ ਹੋ ਜਾਏਗਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਸ਼ਾਇਦ ਐਤਕੀ ਕਣਕ ਰੱਖਣ ਵਾਲੀ ਨਹੀਂ ਹੋਏਗੀ, ਬਹੁਤ ਲੰਬਾ ਟਾਈਮ ਤੱਕ ਜਿਹੜੀ ਆਪਾਂ ਰੱਖ ਲੈਂਦੇ ਹਾਂ ਸਾਲ ਭਰ ਦੇ ਵਿੱਚ, ਉਹ ਰੱਖਣ ਵਾਲੀ ਨਹੀਂ ਹੋਏਗੀ। ਤਾਂ ਫਾਰਮਰ ਦੀ ਕੋਸ਼ਿਸ਼ ਹੈਗੀ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਕਣਕ ਹੈਗੀ ਹੈ ਉਹਨੂੰ ਵੇਚ ਦੇਣ, ਸਿਰਫ ਆਪਣੇ ਖਾਣ ਖੂਣ ਜੋਗੀ ਉਨੀ ਕੀ ਰੱਖ ਲੈਣ। ਜੀ, ਗੱਲ ਤੁਹਾਡੀ ਠੀਕ ਹੈ। ਵੈਸੇ ਕਾਫੀ ਨੁਕਸਾਨ ਜਿਹੜਾ ਉਹ ਮੌਸਮ ਦੇ ਹੁਣ ਠੀਕ ਹੋਣ ਨਾਲ ਟਲਿਆ ਲੱਗਦਾ ਹੈ, ਔਰ ਬਹੁਤ ਜ਼ਿਆਦਾ ਦਾਣਾ ਵੀ ਬਦਰੰਗ ਨਹੀਂ ਹੋਇਆ ਤੇ ਝਾੜ ਵੀ ਠੀਕ ਠਾਕ ਹੈ, ਇਹ ਖੁਸ਼ੀ ਦੀ ਗੱਲ ਹੈ। ਉਧਰ ਸਰਕਾਰ ਵੀ ਕਹਿੰਦੀ ਵੀ ਅਸੀਂ ਤਾਂ ਕਟਾਰੂ ਚੱਕ ਕਹਿ ਰਹੇ ਆ ਕਿ ਅਸੀਂ ਕੋਈ ਘਾਟਾ ਨਹੀਂ ਪੈਣ ਦੇਣਾ, ਨਾਲੋਂ ਨਾਲ ਜਿਹੜਾ ਕੱਟ ਲੱਗੂਗਾ ਪੈਸੇ ਦੇਣੇ ਆ। ਅੱਛੀ ਗੱਲ ਆ, ਜਦੋਂ ਤੁਸੀਂ ਕਿਸਾਨਾਂ ਦਾ ਧਿਆਨ ਰੱਖੋਗੇ ਤਾਂ ਫਿਰ ਮੰਡੀ ਵਧੇ ਫੁੱਲੇਗੀ। ਬਹੁਤ ਮਿਹਰਬਾਨੀ। ਥੈਂਕ ਯੂ।